ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸਮੇ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਜੀ ਨੇ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਇਤਿਹਾਸ ਦੀ ਕਥਾ ਦਾ ਸਮਾਂ ਹੈ। ਆਪ ਜੀ ਵਡਭਾਗੀ ਮਾਈ ਭਾਈ ਜੋ ਲਗਾਤਾਰ ਸ਼ਾਮ ਦੇ ਸਮੇਂ ਇਤਿਹਾਸ ਕਥਾ ਸਰਵਣ ਕਰਦੇ ਹੋ। ਅਤੀ ਸਤਿਕਾਰਯੋਗ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਦੁਆਰਾ ਰਚਿਤ ਤਵਾਰੀਖ ਗੁਰੂ ਖਾਲਸਾ ਗ੍ਰੰਥ ਦੀ ਜੋ ਕਥਾ ਹੈ, ਵਾਰਤਕ ਤੇ ਸੰਖੇਪ ਸਾਖੀਆਂ, ਉਹ ਆਪ ਜੀ ਸਰਵਣ ਕਰ ਰਹੇ ਹੋ। ਜੋ ਰਾਜ ਖਾਲਸਾ ਤਵਾਰੀ ਖਾਲਸਾ ਦਾ ਤੀਜਾ ਭਾਗ ਹੈ, ਉਹਦੇ ਵਿੱਚ ਪਹਿਲਾਂ ਗਿਆਨੀ ਜੀ ਨੇ ਮਿਸਲਾਂ ਦਾ ਇਤਿਹਾਸ ਦਿੱਤਾ। ਲੜੀ ਤਹਿਤ ਫਿਰ 10ਵੀਂ ਮਿਸਲ ਦਾ ਇਤਿਹਾਸ ਥੋੜ੍ਹਾ ਜਿਹਾ ਵਿਸਥਾਰ ਨਾਲ ਦਿੰਦੇ ਆ, ਜੋ ਕਿ ਸ਼ੁਕਰ ਚੱਕੀਆ ਮਿਸਲ। ਇਹ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ ਹੈ। ਇਸ ਕਰਕੇ ਸਾਰਾ ਇਤਿਹਾਸ ਗਿਆਨੀ ਜੀ ਨੇ ਸੰਖੇਪ ਦਿੱਤਾ ਹੈ। ਤੋ ਹੁਣ ਉਹ ਸਮਾਂ ਕੱਲ ਆਪਾਂ ਇੱਥੇ ਤੱਕ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਰਾਜ ਗੱਦੀ ਤੇ ਬੈਠਾ ਤੇ ਅੰਗਰੇਜ਼ਾਂ ਨੇ ਕਿਵੇਂ ਕਿਵੇਂ ਇਕਰਾਰਨਾਮੇ ਤੋੜੇ ਆ, ਔਰ ਕਿਹੜੇ ਕਿਹੜੇ ਜਿਹੜੇ ਅੰਗਰੇਜ਼ ਆਫੀਸਰ ਕੁਝ ਨਾ ਕੁਝ ਐਸਾ ਕਿ ਜੀ ਤੋਂ ਫਿਰ ਉਧਰੋਂ ਜਿਹੜੇ ਡੋਗਰੇ ਸਨ ਤੇ ਦੂਜਾ ਮਹਾਰਾਜੇ ਦਲੀਪ ਸਿੰਘ ਦੇ ਸਮੇਂ ਜੋ ਦਗੇਬਾਜ਼ ਅਫਸਰ ਸੀ, ਜਿਵੇਂ ਲਾਲ ਸਿੰਘ ਤੇਜਾ ਸਿੰਘ, ਇਹ ਬ੍ਰਾਹਮਣ, ਇਹ ਵੀ ਵੱਡੇ ਉਦੋਂ ਨੌਕਰ ਸੀ। ਫਿਰ ਡੋਗਰੇ ਆ, ਉਹਨਾਂ ਦਾ ਜਿੰਨਾ ਕੁ ਜ਼ੋਰ ਚੱਲਿਆ ਭਾਵੇਂ ਕਾਫੀ ਹੱਦ ਤੱਕ ਖਤਮ ਹੋ ਗਏ ਸਨ। ਉਹ ਸਾਜ਼ਿਸ਼ਾਂ ਕਰਦੇ ਆ
ਤੇ ਐਸੇ ਸਮੇਂ ਦੀ ਉਡੀਕ ਵਿੱਚ ਸੀ ਕਿ ਸਿੱਖਾਂ ਨੂੰ ਭੜਕਾਈਏ। ਜੀ ਤੋਂ ਫਿਰ ਸਿੱਖ ਫੌਜ ਅੰਗਰੇਜ਼ਾਂ ਦੇ ਗਲੇ ਜਾ ਪਈ ਤੇ ਉਧਰ ਅੰਗਰੇਜ਼ਾਂ ਤੇ ਕਰਾਰ ਭੰਗ ਕਰਨ ਦਾ ਦੂਸ਼ਣ ਹੁਣ ਦੋਨੇ ਪਾਸਿਆਂ ਤੋਂ ਐਸਾ ਹੋ ਗਿਆ। ਜਦੋਂ ਤੱਕ ਤਾਰੀਖਾਂ ਵਿੱਚ ਗਿਆਨੀ ਜੀ ਕਹਿੰਦੇ ਹਾਲ ਲਿਖੇ ਰਹਿਣਗੇ, ਤਦ ਤੱਕ ਆਦਮੀਆਂ ਵਿੱਚ ਇਸ ਇਨਸਾਨੀਅਤ ਰਹੇਗੀ ਤੇ ਬੇਈਮਾਨ ਮਨੁੱਖਾਂ ਦੇ ਨਾਮ ਤੇ ਲਾਹਨਤ ਦਾ ਤੱਬਾ ਸਦਾ ਲੱਗਿਆ ਰਹੂਗਾ। ਕਿਉਂਕਿ ਇਹਨਾਂ ਭਿੱਖ ਮੰਗੇ ਲੋਕਾਂ ਨੇ ਰਾਜਿਆਂ ਦੇ ਖਿਤਾਬ ਸਿੱਖਾਂ ਤੋਂ ਪਾਏ, ਫਿਰ ਇਸੇ ਰਾਜ ਨੂੰ ਉਖੇੜਨ ਦੀ ਨਿਮਕ ਹਰਾਮੀ ਕੀਤੀ। ਜਿਸ ਹਾਂਡੀ ਦੇ ਵਿੱਚ ਖਾਈਏ ਉਸੇ ਦੇ ਵਿੱਚ ਛੇਕ ਕਰੀਏ। ਅੰਗਰੇਜ਼ਾਂ ਨੇ ਵੀ ਇਹਨਾਂ ਦਗੇਬਾਜ਼ ਅਫਸਰਾਂ ਦੀ ਇੱਛਾ ਪੂਰੀ ਕਰਨ ਦਾ ਬਹੁਤ ਭਰੋਸਾ ਦਿੱਤਾ, ਜੀ ਤੋਂ ਹੁਣ ਇਹਨਾਂ ਨੇ ਸਿੱਖ ਫੌਜ ਨੂੰ ਘੜੀ ਘੜੀ ਜੰਗ ਕਰਨ ਦੀ ਪ੍ਰੇਰਨਾ ਕਰਕੇ ਲੜਾਈ ਦਾ ਧੌਂਸਾ ਵਜਾਤਾ। ਹੁਣ ਅੰਗਰੇਜ਼ਾਂ ਦੀਆਂ ਪੋਲੀਟੀਕਲ ਚਾਲਾਂ ਦਾ ਤੇ ਸਿੱਖਾਂ ਦੀ ਜ਼ਬਰਦਸਤੀ ਦਾ ਜੋ ਦਗੇਬਾਜ਼ ਅਫਸਰਾਂ ਦੇ ਭਾਰੇ ਹੋਏ ਤੇ ਉਧਰੋਂ ਅੰਗਰੇਜ਼ ਆਪਣੀਆਂ ਤਿਆਰੀਆਂ ਸੀ। ਸਿੱਖ ਬਿਨਾਂ ਸੋਚੇ ਅਚਨਚੇਤ ਜਾ ਕੇ ਅੰਗਰੇਜ਼ਾਂ ਦੇ ਫਿਰ ਗਲ ਪਏ ਨੇ। ਹਿਸਾਬ ਲਾਇਆ ਗਿਆ ਤਦ ਸਾਡੀ ਸਮਝ ਵਿੱਚ ਕਿ ਦੋਵੇਂ ਤਰ੍ਹਾਂ ਦੂਸ਼ਣ ਤੋਂ ਬਚ ਨਹੀਂ ਸਕਦੀਆਂ। ਮਿਸਟਰ ਕਨਿੰਗਮ ਨੇ ਸਿੱਖ ਇਤਿਹਾਸ ਲਿਖਿਆ। ਇਹ ਤਾਂ ਇੱਕ ਹੈ ਕਿ ਕੋਈ ਵੀ ਲਿਖਾਰੀ ਹੈ ਉਹ ਆਪਣਾ ਪੱਖ ਕੋਸ਼ਿਸ਼ ਕਰਦਾ ਹੈ ਕਿ ਸਹੀ ਲਿਖਾਂ। ਉਹਨੇ ਲਿਖਿਆ ਅੰਗਰੇਜ਼ੀ ਏਜੰਟ ਮਿਸਟਰ ਬਰਾਡਫੁੱਟ ਸਾਹਿਬ ਦੀ ਉਸ ਵੇਲੇ ਦੀ ਪਾਲਸੀ ਜੋ ਉਹਨਾਂ ਨੇ ਸਰਹੱਦੀ ਫੌਜ ਵਧਾਉਣ ਤੇ ਦਰਿਆਏ ਸਤਲੁਜ ਦੇ ਸਪਾਰ ਦੇ ਲਾਹੌਰ ਦਰਬਾਰ ਦੇ ਇਲਾਕੇ ਤੇ ਕਬਜ਼ਾ ਕਰਨ ਤੇ ਇੱਕ ਦੋ ਮਾਮਲਿਆਂ ਵਿੱਚ, ਜੈਸਾ ਕਿ ਆਨੰਦਪੁਰ ਆਦਿ, ਕਦੇ ਸੋਢੀਆਂ ਦੀ ਜਗੀਰ ਮਾਖੋਵਾਲ ਤੇ ਸਰਹੱਦੀ ਪਿੰਡਾਂ ਦੀ ਕੁਰਕੀ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਫਿਰ ਅਪਰਾਧੀਆਂ ਦੇ ਲੁਕਣ ਦਾ ਦੂਸ਼ਣ ਲਾਇਆ। ਉਸ ਪਿੰਡਾਂ ਵਿੱਚ ਪ੍ਰਤੱਖ ਰੂਪ ਵਿੱਚ ਅੱਗੇ ਵਧਣਾ ਸੀ। ਐਸਾ ਨਹੀਂ ਸੀ ਕਿ ਇੱਕ ਕੌਮ ਨੂੰ ਭੜਕਾਉਣ ਦਾ ਕਾਰਨ ਨਾ ਹੋਵੇ। ਇਹ ਤੋਂ ਇਹਨਾਂ ਹੀ ਕਾਰਨਾਂ ਤੋਂ ਫਿਰ ਕਨਿੰਗਮ ਨੇ ਲਿਖਿਆ ਹੈ ਕਿ ਮੇਜਰ ਬਰਾਡਫੁੱਟ ਸਾਹਿਬ ਦੇ ਇੱਕ ਕੰਮ ਤੋਂ ਪਹਿਲਾਂ ਦੀ ਰੋਕ ਮਾਲੂਮ ਹੁੰਦੀ ਸੀ। ਉਹਨਾਂ ਵਿੱਚੋਂ ਸ਼ੁਭ ਚਿੰਤਕ ਹੋਣ ਦੀ ਜਗ੍ਹਾ ਵਿਰੋਧਤਾ ਦੀ ਬੂ ਆਉਂਦੀ ਸੀ। ਉਹਨਾਂ ਨੇ ਆਪਣੀ ਇਸ ਰਾਏ ਤੇ ਇਹ ਨੋਟ ਦਿੱਤਾ ਹੈ ਕਿ ਮੇਜਰ ਬਰਾਡਫੁੱਟ ਦੇ ਪੰਜਾਬ ਵਿੱਚ ਨੀਅਤ ਹੋਣ ਤੋਂ ਲੋਕਾਂ ਨੇ ਹੁਣ ਲੜਾਈ ਛਿੜਨ ਦਾ ਅਨੁਮਾਨ ਲਾਇਆ ਤੇ ਸਾਰਿਆਂ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਕਾਸ਼ ਕਲਾਰਕ ਸਾਹਿਬ ਹੀ ਏਜੰਟ ਰਹਿੰਦੇ ਤਾਂ ਕਦੇ ਵੀ ਸਿੱਖਾਂ ਦੀ ਅੰਗਰੇਜ਼ਾਂ ਨਾਲ ਲੜਾਈ ਨਾ ਹੁੰਦੀ। ਕਿਉਂਕਿ ਜਿਹੜਾ ਮੇਜਰ ਬਰਾਡਫੁੱਟ ਸੀ, ਇਹਦੀ ਬਾਬਤ ਇਹ ਆਮ ਖਿਆਲ ਸੀ ਕਿ ਇਹ ਸਿੱਖਾਂ ਦਾ ਦੁਸ਼ਮਣ ਹੈ। ਸੋ ਇਸ ਗੱਲ ਨੂੰ ਸਹੀ ਸਾਬਤ ਕਰਨ ਵਾਸਤੇ ਮਿਸਟਰ ਕਨਿੰਗਮ ਸਾਹਿਬ ਨੇ ਮੇਜਰ ਬਰਾਡਫੁੱਟ ਦੀਆਂ ਲਿਖਤਾਂ ਦਾ ਹਵਾਲਾ ਵੀ ਦਿੱਤਾ ਹੈ। ਕਨਿੰਗਮ ਨੇ ਇਹ ਗੱਲਾਂ ਨੂੰ ਮੁੱਖ ਰੱਖ ਕੇ ਫਿਰ ਇਹ ਵੀ ਹੈ ਕਿ ਕਾਫੀ ਹੱਦ ਤੱਕ, ਕਿਉਂਕਿ ਉਹਨੇ ਸਿੱਖਾਂ ਦਾ ਵੀ ਪੱਖ ਰੱਖਿਆ, ਕਦੇ ਕਦੇ ਉਹ ਆਪਣੀ ਵੀ ਗੱਲ ਕਰਦਾ ਹੈ, ਪਰ ਇੱਥੇ ਆ ਕੇ ਉਹਨੇ ਅੰਗਰੇਜ਼ਾਂ ਤੇ ਹੀ ਲੜਾਈ ਕਰਨ ਦਾ ਦੂਸ਼ਣ ਲਾਇਆ ਤੇ ਬਿਲਕੁਲ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਇਹ ਲਿਖਿਆ, ਭਾਵੇਂ ਕਿ ਇਸ ਗੱਲ ਦਾ ਮੁੱਢ ਸਿੱਖਾਂ ਵੱਲੋਂ ਹੋਇਆ, ਪਰ ਇਹ ਖਿਆਲ ਕਰਨ ਦਾ ਕੋਈ ਸਬੂਤ ਨਹੀਂ ਕਿ ਅੰਗਰੇਜ਼ਾਂ ਨੇ ਜਿਹੜੀ ਪਾਲਸੀ ਵਰਤੀ ਉਹ ਪੰਜਾਬ ਵਾਸੀਆਂ ਨਾਲ ਅਮਨ ਨਾਲ ਰਹਿਣ ਵਾਲੀ ਸੀ। ਤੇ ਨਾ ਹੀ ਉਹ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਅੰਗਰੇਜ਼ਾਂ ਨੇ ਆਪਣੇ ਕੌਲ ਇਕਰਾਰਾਂ ਤੇ ਸਖਤੀ ਨਾਲ ਪਾਬੰਦੀ ਕੀਤੀ ਸੀ ਜਾਂ ਬੜੀ ਲੜਾਈ ਤੇ ਦੂਰਦਰਸ਼ਾ ਤੋਂ ਕੰਮ ਲਿਆ ਹੋਵੇ, ਜੀ ਤੋਂ ਕਿ ਉਹ ਇੱਕ ਸੱਭਿਆ ਸਲਤਨਤ ਦੇ ਮੈਂਬਰ ਕਹੇ ਜਾ ਸਕਦੇ ਹੈ। ਖਾਸ ਕਰਕੇ ਐਸੀ ਹਾਲਤ ਵਿੱਚ ਜਦ ਕਿ ਉਹ ਸਿੱਖਾਂ ਦੀ ਤਾਰੀਖ ਤੇ ਜ਼ਿੰਦਗੀ ਦੇ ਹਾਲਤ ਤੋਂ ਜਾਣੂ ਸਨ।
ਹੁਣ ਗਵਰਨਮੈਂਟ ਨੇ ਸੱਚੀ ਗੱਲ ਕਹਿਣ ਵਿੱਚ ਕੋਈ ਸੁਭਾਅ ਨਹੀਂ, ਕਿੰਤੂ ਉਹਨਾਂ ਦੀ ਇਮਾਨਦਾਰੀ ਕੇਵਲ ਉਹਨਾਂ ਦੀ ਆਪਣੀ ਸ਼ਕਲ ਤੇ ਇਨਸਾਨ ਮਾਤਰ ਦੇ ਤਕਾਜ਼ੇ ਤੋਂ ਪ੍ਰਵਾਨ ਕੀਤੀ ਜਾ ਸਕਦੀ ਸੀ। ਹੁਣ ਇੱਕ ਨਿਗਮ ਇਸ ਨਾਲ ਇਸ ਕਦਰ ਜ਼ੋਰ ਦੇ ਕੇ ਉਹਨਾਂ ਦੀ ਲਿਖਤ ਵਿੱਚ ਹੈ, ਉਹ ਕਹਿੰਦੇ ਵੀ ਸਾਡੀ ਸੰਮਤੀ ਨਹੀਂ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਜੇ ਕਦੇ ਮੇਜਰ ਬਰਾਡਫੁੱਟ ਵੱਲੋਂ ਇਸ ਤਰ੍ਹਾਂ ਦੀਆਂ ਵਿਰੋਧੀ ਗੱਲਾਂ ਨਾ ਹੋਈਆਂ ਹੁੰਦੀਆਂ ਤਦ ਸ਼ਾਇਦ ਫੌਜੀ ਖਾਲਸਾ ਫੌਜ ਨੂੰ ਭਾਵੇਂ ਦਰਬਾਰ ਵਾਲੇ ਕਿੰਨਾ ਹੀ ਭੜਕਾਉਂਦੇ, ਪਰ ਖਾਲਸਾ ਫੌਜ ਅੰਗਰੇਜ਼ਾਂ ਦੇ ਗਲ ਪੈਣ ਦੀ ਕਦੇ ਦਲੇਰੀ ਨਾ ਕਰਦੇ। ਹਾਂ, ਜੇ ਕਦੀ ਪਹਿਲੇ ਸਮੇਂ ਵਿੱਚ ਜਦ ਉਹਨਾਂ ਦਾ ਮਹਾਰਾਜਾ ਜਿਉਂਦਾ ਸੀ ਉਹਨਾਂ ਨੂੰ ਭੋਰਾ ਵੀ ਇਸ਼ਾਰਾ ਹੋ ਜਾਂਦਾ ਤਾਂ ਦਿੱਲੀ ਤੱਕ ਪਹੁੰਚਣ ਨੂੰ ਵੀ ਤਿਆਰ ਹੋ ਜਾਂਦੇ, ਪਰ ਜਦੋਂ ਲਾਹੌਰ ਦਰਬਾਰ ਦਾ ਆਪਣਾ ਹੀ ਪ੍ਰਬੰਧ ਠੀਕ ਨਹੀਂ ਸੀ ਤੇ ਲਾਹੌਰ ਦਰਬਾਰ ਦੇ ਕੋਲ ਸਿਵਾਏ ਲੜਾਈ ਝਗੜੇ ਤੇ ਸਾਜ਼ਿਸ਼ਾਂ ਕਰਨ ਦੇ ਕੋਈ ਕੰਮ ਹੀ ਨਹੀਂ ਰਹਿ ਗਿਆ ਸੀ। ਸਾਲ ਵਿੱਚ ਮਹਾਰਾਜੇ ਤੋਂ ਬਾਅਦ ਤਾਂ ਇਹ ਹਾਲ ਹੋ ਗਿਆ ਸ਼ੇਰੇ ਪੰਜਾਬ ਤੋਂ ਬਾਅਦ ਕਿ ਇੱਕ ਸਾਲ ਦੇ ਵਿੱਚ ਕਈ ਬਾਦਸ਼ਾਹ ਬਣ ਜਾਂਦੇ, ਕਈ ਵਜ਼ੀਰ ਹੋ ਜਾਂਦੇ। ਸੋ ਜੇ ਕਦੇ ਐਸੀ ਹਾਲਤ ਵਿੱਚ ਅੰਗਰੇਜ਼ੀ ਸਰਕਾਰ ਨੇ ਆਪਣੀ ਪਾਲਿਸੀ ਨੂੰ ਬਦਲਿਆ ਤਾਂ ਫਿਰ ਕੀ ਗੁਨਾਹ ਕੀਤਾ। ਹਾਂ, ਜੇ ਕਦੀ ਲਾਹੌਰ ਦਰਬਾਰ ਦਾ ਪ੍ਰਬੰਧ ਚੰਗਾ ਹੁੰਦਾ, ਫੌਜ ਵੀ ਆਪਣੀ ਜਾਂ ਹੁਕਮ ਪਾਬੰਦ ਹੁੰਦੀ, ਜਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਾਹਿਬ ਦੇ ਵੇਲੇ ਹਰ ਇੱਕ ਆਪਣੀ ਜਗ੍ਹਾ ਤੇ ਸੀ, ਉਸੇ ਤਰ੍ਹਾਂ ਇਸ ਵੇਲੇ ਵੀ ਹੁੰਦਾ, ਫਿਰ ਸਰਕਾਰ ਅੰਗਰੇਜ਼ੀ ਆਪਣੀ ਪਾਲਿਸੀ ਨੂੰ ਬਦਲ ਦਿੰਦੀ, ਤਦ ਬੇਸ਼ੱਕ ਸ਼ਿਕਾਇਤ ਦੀ ਜਗ੍ਹਾ ਸੀ। ਹੁਣ ਸਿੱਖ ਫੌਜ ਦੀ ਲੜਾਈ ਦੀ ਤਿਆਰੀ ਕਰ ਲਈ ਤੇ ਸਿੱਖ ਫੌਜਾਂ ਸਤਲੁਜ ਦੇ ਕਿਨਾਰੇ ਪਹੁੰਚ ਗਈਆਂ, ਪਰ ਸਰਕਾਰ ਅੰਗਰੇਜ਼ੀ ਨੇ ਉਸ ਵੇਲੇ ਤੱਕ ਇਹ ਨਹੀਂ ਸਮਝਿਆ ਕਿ ਸਿੱਖਾਂ ਨੂੰ ਸਾਡੇ ਨਾਲ ਲੜਾਈ ਕਰਨ ਦੀ ਕੋਈ ਦਲੇਰੀ ਪਊਗੀ। ਇਸ ਕਰਕੇ ਲੁਧਿਆਣਾ, ਫਿਰੋਜ਼ਪੁਰ ਤੇ ਅੰਬਾਲਾ ਵੱਡੀਆਂ ਛਾਉਣੀਆਂ ਸੀ ਅੰਗਰੇਜ਼ਾਂ ਦੀਆਂ। ਹੋਰ ਇਤਿਆਦਿਕ ਜਗ੍ਹਾ ਤੇ ਜਿਹੜੀ ਫੌਜ ਅੰਗਰੇਜ਼ਾਂ ਨੇ ਪਹਿਲਾਂ ਰੱਖੀ ਹੋਈ ਸੀ ਉਹਦੇ ਵਿੱਚ ਹੋਰ ਕੋਈ ਅਦਲਾ ਬਦਲੀ ਨਹੀਂ ਹੋਈ ਸੀ, ਬਲਕਿ ਲਾਹੌਰ ਦਰਬਾਰ ਦੇ ਫਸਾਦ ਦੇ ਦਿਨਾਂ ਵਿੱਚ ਅੰਗਰੇਜ਼ਾਂ ਦੀ ਨੀਅਤ ਸਾਫ਼ ਤੇ ਸਹਿਣਸ਼ੀਲਤਾ ਵਾਲੀ ਰਹੀ ਸੀ। ਹਰ ਇੱਕ ਐਸੀ ਗੱਲ ਤੋਂ ਜੋ ਕਿਸੇ ਜ਼ਬਰਦਸਤ ਸਲਤਨਤ ਦੇ ਸਿਰ ਤੇ ਲੱਗ ਸਕਦੀ ਸੀ, ਆਪਣੇ ਆਪ ਨੂੰ ਉਹਨਾਂ ਨੇ ਬਚਾਈ ਰੱਖਿਆ। 13 ਦਸੰਬਰ ਨੂੰ ਸਰ ਹੈਨਰੀ ਸਾਹਿਬ ਉਹਦੇ ਹੁਕਮ ਨਾਲ ਬਲੇਟਨ ਸਾਹਿਬ, ਜੋ ਕਿ ਬੜਾ ਬਹਾਦਰ ਤੇ ਤਾਕਤਵਰ ਸੀ ਅੰਗਰੇਜ਼ ਅਫਸਰ, ਲਾਰਡ ਗੱਫ, ਉਹਨੂੰ ਜਿਹੜਾ ਨਪੋਲੀਅਨ ਦੇ ਸਿਪਾਹ ਸਲਾਰਾਂ ਵਿੱਚੋਂ ਲੜਾਈ ਦੇ ਹਰ ਢੰਗ ਦਾ ਜਾਣੂ ਸੀ, ਇਹਨਾਂ ਨੂੰ ਮੰਗਾ ਕੇ ਆਪਣੀ ਫੌਜ ਦੇ ਵਿੱਚ ਚੀਫ ਕਮਾਨੀਅਰ ਨਿਯਤ ਕਰ ਦਿੱਤਾ ਤੇ ਸਿੱਖਾਂ ਦੀ ਫੌਜ ਨੂੰ ਇੱਕ ਆਮ ਇਸ਼ਤਿਹਾਰ ਵਿੱਚ ਪ੍ਰਗਟ ਕੀਤਾ ਗਿਆ ਕਿ ਅੱਜ ਤੱਕ ਸਾਡੇ ਤੇ ਲਾਹੌਰ ਦਰਬਾਰ ਦੇ ਵਿੱਚ ਮਿੱਤਰਤਾ ਦਾ ਸੰਬੰਧ ਰਿਹਾ ਹੈ ਤੇ ਗਵਰਨਮੈਂਟ ਅੰਗਰੇਜ਼ੀ ਨੇ 1809 ਦੇ ਅਹਿਦਨਾਮੇ ਨੂੰ ਮਹਾਰਾਜੇ ਦੇ ਰਾਜ ਅਧਿਕਾਰੀਆਂ ਨਾਲ ਵੀ ਕਾਇਮ ਰੱਖਿਆ, ਪਰੰਤੂ ਹੁਣ ਫੌਜ ਨੇ ਲਾਹੌਰ ਦਰਬਾਰ ਦੇ ਕਹੇ ਤੇ ਸਾਡੇ ਨਾਲ ਲੜਾਈ ਕਰਨ ਦੀ ਇੱਛਾ ਕਰਕੇ ਇਕਰਾਰਨਾਮੇ ਨੂੰ ਤੋੜਤਾ, ਅੰਗਰੇਜ਼ ਕਹਿੰਦੇ ਸਨ। ਇਸ ਕਰਕੇ ਗਵਰਨਰ ਜਨਰਲ ਬਹਾਦਰ ਦੀ ਮਨਸ਼ਾ ਹੈ ਅਜੇ ਵੀ ਸਿੱਖ ਆਪਣੇ ਖਿਆਲ ਤੋਂ ਹਟ ਜਾਣ, ਨਹੀਂ ਤਾਂ ਗਵਰਨਮੈਂਟ ਅੰਗਰੇਜ਼ੀ ਨੂੰ ਮਜਬੂਰ ਹੋ ਕੇ ਆਪਣੇ ਦਰਜੇ ਤੇ ਰੁਤਬੇ ਨੂੰ ਕਾਇਮ ਰੱਖਣ ਵਾਸਤੇ ਪ੍ਰਣ ਤੋੜਨ ਵਾਲਿਆਂ ਨੂੰ ਸਖਤ ਦੰਡ ਦੇਣਾ ਪਊ। ਇਹ ਇਸ਼ਤਿਹਾਰ ਦੇ ਵਿੱਚ ਇਹ ਵੀ ਪ੍ਰਗਟ ਕੀਤਾ ਗਿਆ ਸੀ ਕਿ ਦਰਿਆਏ ਸਤਲੁਜ ਦੇ ਇਸ ਪਾਰ ਦਾ ਮਹਾਰਾਜਾ ਰਣਜੀਤ ਸਿੰਘ ਦਾ ਇਲਾਕਾ ਜ਼ਬਤ ਹੋ ਕੇ ਸਰਕਾਰ ਅੰਗਰੇਜ਼ੀ ਦੇ ਇਲਾਕੇ ਵਿੱਚ ਸ਼ਾਮਲ ਹੋ ਗਿਆ। ਪਰ ਜਦੋਂ ਸਰਕਾਰ ਅੰਗਰੇਜ਼ੀ ਨੇ ਵੇਖਿਆ ਕਿ ਇਸ ਇਸ਼ਤਿਹਾਰ ਦਾ ਕੋਈ ਅਸਰ ਨਹੀਂ ਹੋਇਆ ਤਾਂ ਲਾਰਡ ਹਾਰਡਿੰਗ ਨੇ ਫੌਜੀ ਅਫਸਰਾਂ ਦੇ ਨਾਮ ਜ਼ਰੂਰੀ ਹੁਕਮ ਜਾਰੀ ਕਰਕੇ ਸਰਕਾਰੀ ਫੌਜ ਨੂੰ ਅੱਗੇ ਵਧਣ ਵਾਸਤੇ ਕਿਹਾ ਤੇ ਆਪ ਲੁਧਿਆਣੇ ਅੱਪੜ ਕੇ, ਜਿੱਥੇ 5 ਦੇਸੀ ਪਲਟਣਾ, 1 ਦੇਸੀ ਰਸਾਲਾ ਤੇ 2 ਤੋਪਖਾਨੇ ਸੀ,
ਪੱਕਾ ਕੀਤਾ ਤੇ ਉੱਤਰ ਤੇ ਲਹਿੰਦੇ ਦੀ ਫੌਜ ਨੂੰ ਵੀ ਪੰਜਾਬ ਤੇ ਚੜ੍ਹਾਈ ਕਰਨ ਦਾ ਹੁਕਮ ਦੇਤਾ। ਹਰ ਇੱਕ ਮੁਕਾਮ ਤੋਂ ਫੌਜਾਂ ਚੱਲ ਪਈਆਂ। ਉਸ ਵੇਲੇ ਸਭ ਤੋਂ ਨੇੜੇ ਫਿਰੋਜ਼ਪੁਰ, ਲੁਧਿਆਣਾ ਤੇ ਅੰਬਾਲੇ ਦੀ ਫੌਜ ਸੀ ਅੰਗਰੇਜ਼ਾਂ ਦੀ। ਕਨਿੰਗਮ ਲਿਖਦਾ ਹੈ ਕਿ ਉਸ ਵੇਲੇ ਸਿੱਖਾਂ ਦੀ ਫੌਜ ਜਿਹੜੀ ਫਿਰੋਜ਼ਪੁਰ ਵੱਲ ਵਧੀ 30 ਤੋਂ 32,000 ਸਿਪਾਹੀ ਤੇ 62 ਤੋਪਾਂ ਸਨ, ਜਿਹਦੀ ਅਫਵਾਹ 60 ਤੋਂ 70,000 ਫੌਜ ਤੇ 150 ਤੋਪ ਰਹੀ। ਭਾਵ ਅਫਵਾਹ ਇੰਨੀ ਹੋਈ ਕਿ 60-70,000 ਫੌਜਾਂ ਨੇ ਤੇ 150 ਤੋਪਾਂ, ਕਿਉਂਕਿ ਵਿਰੋਧੀ ਫੌਜ ਦੀ ਗਿਣਤੀ ਜਿੰਨੀ ਵਧੇਕ ਕਹੀ ਜਾਏ ਓਨਾ ਹੀ ਆਪਣੀ ਫੌਜ ਦਾ ਹੌਸਲਾ ਵੱਧਦਾ ਹੈ। ਕਈ ਇਤਿਹਾਸਕਾਰਾਂ ਨੇ ਇਹ ਵੀ ਅਫਵਾਹ ਅਨੁਸਾਰ ਹੀ ਫੌਜ ਦੀ ਗਿਣਤੀ ਲਿਖ ਰਹੀ ਤੇ ਹੈ ਵੀ ਠੀਕ। ਐਸੇ ਮੌਕੇ ਤੇ ਦੋਨੇ ਤਰ੍ਹਾਂ ਆਪਣੀ ਗਿਣਤੀ ਵਧਾ ਕੇ ਦੱਸਦੀਆਂ ਹੁੰਦੀਆਂ। ਨਹੀਂ ਤਾਂ ਕਨਿੰਗਮ ਕਹਿੰਦਾ ਸਾਨੂੰ ਕੋਈ ਐਸਾ ਪੱਕਾ ਸਬੂਤ ਨਹੀਂ ਮਿਲਦਾ ਜਿੱਤੋਂ ਇਹ ਲਿਖ ਸਕੀਏ ਕਿ ਸਿੱਖ ਫੌਜ ਦੀ ਗਿਣਤੀ ਅੰਗਰੇਜ਼ੀ ਫੌਜ ਨਾਲੋਂ ਵਧੇਕ ਸੀ। ਜਿਹੜਾ ਰਾਜਾ ਲਾਲ ਸਿੰਘ, ਜਿਹੜਾ ਉਸ ਵੇਲੇ ਖਾਲਸਾ ਫੌਜਾਂ ਦਾ ਕਮਾਂਡਿੰਗ ਅਫਸਰ ਸੀ, ਇਹ ਸਤਲੁਜ ਤੋਂ ਪਾਰ ਲੰਘ ਕੇ ਫਿਰੋਜ਼ਪੁਰ ਵੱਲ ਮੂੰਹ ਕੀਤਾ ਤੇ ਇੱਥੇ ਸਰਜਾਨ ਲਿਟਲਰ ਸਾਹਿਬ 8,000 ਸਿਪਾਹੀ ਤੇ 31 ਤੋਪਾਂ ਲੈ ਕੇ ਸਿੱਖਾਂ ਦੇ ਨਾਲ ਹੁਣ ਟਾਕਰਾ ਕਰਨ ਵਾਸਤੇ ਤਿਆਰ ਸੀ। ਪਰ ਇੰਨੀ ਫੌਜ ਸਿੱਖਾਂ ਦੇ ਟਾਕਰੇ ਵਾਸਤੇ ਬਹੁਤੀ ਕਾਫੀ ਨਹੀਂ ਸੀ। ਇਸ ਕਰਕੇ ਫਿਰੋਜ਼ਪੁਰ ਦਾ ਜਿਹੜਾ ਏਜੰਟ ਕਪਤਾਨ ਨਿਕਲਸਨ, ਉਹਨੇ ਰਾਜੇ ਲਾਲ ਸਿੰਘ ਨੂੰ ਇਹ ਲਿਖਿਆ ਕਿ ਤੁਸੀਂ ਜੋ ਆਪਣੇ ਆਪ ਨੂੰ ਸਰਕਾਰ ਅੰਗਰੇਜ਼ੀ ਦੇ ਖੈਰ ਖਾਹ ਤੇ ਦੋਸਤ ਲਿਖਦੇ ਹੋ ਔਰ ਖਤਾਂ ਦੇ ਵਿੱਚ ਪੁੱਛਦੇ ਹੋ ਕਿ ਕੀ ਕਰੀਏ, ਸੋ ਹੁਣ ਖਾਲਸਾ ਫੌਜ ਨੂੰ ਫਿਰੋਜ਼ਪੁਰ ਤੇ ਹਮਲਾ ਕਰਨ ਤੋਂ ਰੋਕੋ। ਜਿਹੜਾ ਲਾਲ ਸਿੰਘ ਖਾਲਸਾ ਫੌਜ ਦਾ ਕਮਾਂਡਿੰਗ ਅਫਸਰ ਬਣਿਆ ਹੋਇਆ ਹੈ, ਇਹ ਲਾਲ ਸਿੰਘ ਬ੍ਰਾਹਮਣ ਨੇ ਇਸ ਹੁਕਮ ਨੂੰ ਇਉਂ ਮੰਨਿਆ ਜਿਵੇਂ ਅੰਗਰੇਜ਼ਾਂ ਦਾ ਨੌਕਰ ਹੋਵੇ। ਤੇ ਜਿਹੜੀ ਖਾਲਸਾ ਫੌਜ ਹੁਣ ਫਿਰੋਜ਼ਪੁਰ ਤੇ ਹਮਲਾ ਕਰਨਾ ਚਾਹੁੰਦੀ ਸੀ, ਉਹਨਾਂ ਨੂੰ ਕਹਿਣ ਲੱਗਿਆ, ਖਾਲਸਾ ਜੀ, ਗੁਰੂ ਸਾਹਿਬ ਨੇ ਖਾਲਸੇ ਨੂੰ ਸਿੰਘ ਭਾਵ ਸ਼ੇਰ ਬਣਾਇਆ ਤੇ ਸ਼ੇਰ ਹਾਥੀਆਂ ਦੇ ਝੁੰਡਾਂ ਤੇ ਹਮਲਾ ਕਰਦਾ ਸੋਭਦਾ ਹੈ, ਨਾ ਕਿ ਬੱਕਰੀਆਂ ਦੇ ਇੱਜੜ ਦੇ ਉੱਤੇ। ਇਸ ਕਰਕੇ ਮੈਂ ਲਾਟ ਸਾਹਿਬ ਤੋਂ ਬਿਨਾਂ ਕਿਸੇ ਹੋਰ ਨਾਲ ਲੜਨਾ ਆਪਣੀ ਹੱਦ ਤੱਕ ਸਮਝਦਾ। ਇਹ ਤੇ ਇਹੋ ਜਿਹੀਆਂ ਹੋਰ ਗੱਲਾਂ ਕਹਿੰਦੇ ਦਗੇਬਾਜ਼ ਬ੍ਰਾਹਮਣਾਂ ਨੇ ਫੌਜ ਖਾਲਸਾ ਨੂੰ ਫੇਰੂ ਕੇ ਸ਼ਹਿਰ ਫੇਰੂ, ਉਹ ਸ਼ਹਿਰ ਦੇ ਕੋਲ ਰੇਤ ਦੇ ਟਿੱਬੇ ਸੀ ਜਿੱਥੇ ਪਾਣੀ ਵੀ ਪੀਣ ਜੋਗਾ ਨਹੀਂ ਸੀ ਮਿਲਦਾ, ਉਹਨਾਂ ਟਿੱਬਿਆਂ 'ਚ ਲੈ ਆਇਆ ਇਹੋ ਜਿਹੀਆਂ ਗੱਲਾਂ ਕਰਕੇ। ਤੇ ਨਾ ਹੀ ਹੁਣ ਉੱਥੇ ਕਮਸਰੇਟ ਦਾ ਸਮਾਨ ਕੋਈ ਪ੍ਰਬੰਧ ਹੈ, ਕਿਉਂਕਿ ਲਾਲ ਸਿੰਘ ਤੇ ਤੇਜਾ ਸਿੰਘ, ਇਹਨਾਂ ਦੋਹਾਂ ਬ੍ਰਾਹਮਣਾਂ ਦੀ ਮਨਸ਼ਾ ਤਾਂ ਹੁਣ ਇਹ ਸੀ ਕਿ ਸਿੱਖ ਫੌਜ ਦੀ ਤਾਕਤਵਰ ਜਿਹੜੀ ਹੈ ਸਿੱਖ ਫੌਜ, ਇਹਨੂੰ ਅੰਗਰੇਜ਼ਾਂ ਦੀ ਤਾਕਤਵਰ ਫੌਜ ਤੋਂ ਤਬਾਹ ਕਰਾਉਣਾ ਹੈ। ਇਸ ਕਰਕੇ ਹੁਣ ਇਹਨਾਂ ਦੀ ਮਨਸ਼ਾ ਤਾਂ ਤਬਾਹ ਕਰਾਉਣ ਦੀ ਸੀ, ਨਾ ਕਿ ਅੰਗਰੇਜ਼ਾਂ ਤੇ ਕੋਈ ਜਿੱਤ ਹਾਸਲ ਕਰਨ ਦੀ ਸੀ। ਜੇ ਕਦੇ ਇਹ ਦੋਨੇ ਅਫਸਰ ਸਿੱਖ ਫੌਜਾਂ ਦਾ ਨਾਸ਼ ਕਰਨਾ ਹੀ ਆਪਣਾ ਪ੍ਰਯੋਜਨ ਨਾ ਬਣਾ ਲੈਂਦੇ ਤਾਂ ਉਸ ਵੇਲੇ ਹਮਲਾ ਕਰਕੇ ਖਾਲਸਾ ਫੌਜ ਫਿਰੋਜ਼ਪੁਰ ਦੀ ਅੰਗਰੇਜ਼ ਸੈਨਾ ਨੂੰ ਪਲਕਾਰੇ 'ਚ ਹੀ ਢੇਰ ਕਰ ਦਿੰਦੀ ਤੇ ਫਿਰੋਜ਼ਪੁਰ ਦਾ ਮੈਗਜ਼ੀਨ ਤੇ ਖਜ਼ਾਨਾ ਜਿਹੜਾ ਉਦੋਂ 45 ਲੱਖ ਰੁਪਈਆ ਸੀ, ਇਸੇ ਤਰ੍ਹਾਂ ਬਿਨਾਂ ਲੜਾਈ ਕੀਤੇ ਲੁਧਿਆਣਾ ਤੇ ਅੰਬਾਲਾ ਵੀ ਸਿੱਖਾਂ ਦੇ ਕਬਜ਼ੇ 'ਚ ਆ ਜਾਂਦਾ। ਪਰ ਖਾਲਸਾ ਫੌਜ ਤੇ ਇਹਨਾਂ ਦੇ ਮੁਖੀ ਬਣੇ ਨੇ ਦੋ ਬ੍ਰਾਹਮਣ ਤੇਜਾ ਤੇ ਲਾਲੂ, ਇਹ ਬੇਧਰਮੇ ਸੈਨਾਪਤੀਆਂ ਦੀ ਇਹ ਇੱਛਾ ਸੀ ਕਿ ਅਸੀਂ ਅੰਗਰੇਜ਼ਾਂ ਦੀ ਥੋੜ੍ਹੀ ਜਿਹੀ ਫੌਜ ਨਾਲ ਸਿੱਖ ਸੈਨਾ ਦਾ ਨਾਸ਼ ਕਰਾਉਣਾ, ਫਿਰ ਉਹ ਭਲਾ ਕਿਵੇਂ ਸਿੱਖਾਂ ਨੂੰ ਫਤਿਹ ਹੋਣ ਦਿੰਦੇ। ਸਰ ਚਾਰਲਸ, ਉਹਨੇ ਹਿਸਟਰੀ ਲਿਖੀ ਹੈ, ਉਹ ਲਿਖਦਾ ਹੈ ਕਿ ਜੇ ਕਦੇ ਖਾਲਸਾ ਫੌਜ ਨੂੰ ਫਿਰੋਜ਼ਪੁਰ ਤੇ ਹਮਲਾ ਕਰਨ ਤੋਂ ਰੋਕ ਕੇ ਜਿਹੜਾ ਧੋਖੇਬਾਜ਼ ਲਾਲ ਸਿੰਘ
ਉਹ ਅੱਗੇ ਨਾ ਲੈ ਜਾਂਦਾ। ਜਿਸ ਤਰ੍ਹਾਂ ਖਾਲਸਾ ਫੌਜ ਨੂੰ ਲੈ ਕੇ ਲਾਰਡ ਹਾਰਡਿੰਗ ਦੇ ਕੈਂਪ ਤੇ ਗਿਆ ਸੀ, ਹਮਲਾ ਕਰ ਦਿੰਦਾ, ਤਾਂ ਪੂਰਾ ਯਕੀਨ ਸੀ ਕਿ ਸਿੱਖਾਂ ਦੀ ਇੱਛਾ ਪੂਰੀ ਹੋ ਜਾਂਦੀ। ਤੇ ਦੂਜਾ ਲੱਡਲੂ ਇੱਕ ਅੰਗਰੇਜ਼ ਅਫਸਰ ਸੀ, ਹੁਣ ਉਹਨੇ ਵੀ ਇਤਿਹਾਸ ਲਿਖਿਆ। ਉਹਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੋ ਕੰਮਾਂ ਦੇ ਹੋ ਜਾਣ ਪਿੱਛੋਂ ਵੀ ਸਿੱਖਾਂ ਦੇ ਇਹਨਾਂ ਵੱਡੇ ਅਫਸਰਾਂ ਦੀਆਂ ਹਜ਼ਾਰਾਂ ਦਗੇਬਾਜ਼ੀਆਂ ਹੋਣ ਤੇ ਵੀ ਅੰਗਰੇਜ਼ ਜਿੱਤ ਨਹੀਂ ਸੀ ਸਕਦੇ। ਤੀਜਾ ਇੱਕ ਹੋਰ ਸਾਹਿਬ ਲਿਖਦੇ ਨੇ ਕਿ ਜੇ ਕਦੀ ਤੇਜਾ ਸਿੰਘ ਤੇ ਲਾਲ ਸਿੰਘ ਦੋ ਦਗੇਬਾਜ਼ ਖਾਲਸਾ ਫੌਜ ਦੇ ਵਿੱਚ ਨਾ ਹੁੰਦੇ ਤਾਂ ਖਾਲਸਾ ਇਹਨਾਂ ਦਾ ਹੁਕਮ ਨਾ ਮੰਨਦਾ, ਤਦ ਜ਼ਰੂਰ ਹਿੰਦੁਸਤਾਨ ਖਾਲਸੇ ਦੇ ਹੱਥ ਆ ਜਾਂਦੇ ਤੇ ਅੰਗਰੇਜ਼ਾਂ ਨੂੰ ਝਟਪਟ ਸੁਲ੍ਹਾ ਕਰਨੀ ਪੈਣੀ ਸੀ। ਚੌਥਾ ਇੱਕ ਮੱਕ ਸਾਹਿਬ ਹੋਇਆ, ਉਹਨੇ ਸਿੱਖਾਂ ਦੀ ਤਾਰੀਖ ਲਿਖੀ ਹੈ। ਉਹ ਲਿਖਦਾ ਦੱਸਦਾ, ਜੇ ਕਦੀ ਲਾਲ ਸਿੰਘ ਤੇ ਤੇਜਾ ਸਿੰਘ ਸਿੱਖਾਂ ਨੂੰ ਧੋਖੇ ਦੇ ਨਾਲ ਸੁਲ੍ਹਾ ਰਖਾਣ ਦੀ ਜਗ੍ਹਾ ਤੇ ਅੱਗੇ ਵਧਾ ਕੇ ਮੁਲਕ 'ਚ ਫੈਲਾ ਦਿੰਦੇ ਤਾਂ ਇੰਨੀ ਜਲਦੀ ਅੰਗਰੇਜ਼ ਕਦੇ ਵੀ ਫਤਿਹ ਨਾ ਪਾ ਸਕਦੇ। ਕਿਉਂ? ਉਹਦਾ ਕਾਰਨ ਲਿਖਦਾ ਹੈ ਕਿ ਇਹ ਜਿਹੜਾ ਇਲਾਕਾ ਸੀ ਇਹ ਸਾਰਾ ਸਿੱਖਾਂ ਦਾ ਸੀ, ਆਮ ਲੋਕਾਂ ਨੇ ਵੀ ਸਿੱਖਾਂ ਨਾਲ ਮਿਲ ਜਾਣਾ ਸੀ। ਫਿਰ ਜੇ ਕਦੀ ਕੋਈ ਮੁਲਕ ਦਾ ਮਾਲਕ ਬਣਦਾ ਤਾਂ ਕੋਈ ਇਸ ਦੇਸ਼ ਦਾ ਰਾਜਾ ਬਣਦਾ, ਪਰਦੇਸੀ ਕਦੇ ਬਾਦਸ਼ਾਹੀ ਨਹੀਂ ਕਰ ਸਕਦਾ ਸੀ। ਭਾਵੇਂ ਉਸ ਵੇਲੇ ਸਿੱਖਾਂ ਦੇ ਦੋਨੋਂ ਅਫਸਰ ਇਹ ਤੇਜਾ ਤੇ ਲਾਲੂ ਇਹ ਬੁਰੀਆਂ ਸੋਚਾਂ ਵਿੱਚ ਸਨ, ਪਰ ਸਿੱਖ ਆਪਣੀ ਕੌਮ ਦੇ ਵਾਸਤੇ ਆਪਣਾ ਖੂਨ ਡੋਲਣ ਨੂੰ ਤਿਆਰ ਸਨ। ਸਿੱਖ ਨਹੀਂ ਚਾਹੁੰਦੇ ਸੀ ਕਿ ਇਹਨਾਂ ਦੇ ਜਿਉਂਦੇ ਜੀ ਕੋਈ ਵਿਦੇਸ਼ੀ ਸਾਡੇ ਰਾਜ ਤੇ ਹਕੂਮਤ ਕਰੇ। ਹਰ ਇੱਕ ਸਿੱਖ ਆਪਣੇ ਆਪ ਨੂੰ ਬਾਦਸ਼ਾਹ ਦਾ ਨੌਕਰ ਸਮਝ ਕੇ ਆਇਆ ਸੀ। ਸਿੱਖਾਂ ਦੀ ਦਿਲੀ ਖਿੱਚ ਹਮਦਰਦੀ ਇਸ ਗੱਲ ਤੋਂ ਪ੍ਰਗਟ ਹੁੰਦੀ ਹੈ, ਹਰ ਇੱਕ ਸਿਪਾਹੀ ਮਜ਼ਦੂਰਾਂ ਤੱਕ ਦੇ ਕੰਮ ਖੁਦ ਕਰ ਲੈਂਦਾ ਸੀ, ਬੰਦੂਕ ਚੱਕਦਾ, ਤਲਵਾਰ ਚਲਾਉਂਦਾ, ਗੱਡੀ ਵੀ ਤੋਰ ਲੈਂਦਾ। ਖਾਲਸਾ ਭਾਵੇਂ ਬੜਾ ਤਿਆਰ ਤੇ ਪੱਕੇ ਦਿਲ ਵਾਲਾ ਸਿਪਾਹੀ ਸੀ, ਪਰ ਇਸ ਤੋਂ ਪਹਿਲਾਂ ਉਸ ਨੂੰ ਵੀ ਐਸੇ ਦੁਸ਼ਮਣ ਨਾਲ ਕਦੇ ਵਾਹ ਨਹੀਂ ਸੀ ਪਿਆ। ਸੋ ਖਾਲਸੇ ਨੇ ਫਿਰ ਮੁੱਦਕੀ ਦੇ ਮੁਕਾਮ ਤੇ ਫਿਰੋਜ਼ਪੁਰ ਨੂੰ ਛੱਡ ਕੇ ਮੋਰਚੇ ਲਾ ਲਏ ਜਾ। ਜਦੋਂ ਇਹ ਖਬਰ ਲਾਰਡ ਹਾਰਡਿੰਗ ਨੂੰ, ਜਦੋਂ ਆਪਾਂ ਤਲਵੰਡੀ ਭਾਈ ਤੋਂ ਜਾਂਦੇ ਹਾਂ ਫਰੀਦਕੋਟ ਵੱਲ ਨੂੰ ਤੇ ਪਰੇ ਸਿੱਧੇ ਲੰਘ ਜਾਈਏ ਤਲਵੰਡੀ ਭਾਈ ਚੌਂਕ ਤੋਂ ਫਿਰੋਜ਼ਪੁਰ ਚਲੇ ਜਾਈਦਾ, ਉੱਥੋਂ ਖੱਬੇ ਨੂੰ ਮੁੜ ਜਾਈਏ ਤਾਂ ਫਰੀਦਕੋਟ। ਜਦੋਂ ਰਸਤੇ ਦੇ ਵਿੱਚ ਮੁੱਦਕੀ ਵਗੈਰਾ ਇਹ ਸਾਰੇ ਸ਼ਹਿਰ ਆਉਂਦੇ ਆ, ਇੱਧਰ ਨੂੰ ਫਿਰੋਜ਼ਪੁਰ ਵਾਲੇ ਪਾਸਿਓਂ ਖਾਲਸਾ ਇੱਧਰ ਨੂੰ ਆ ਗਿਆ ਸੀ। ਤੇ ਜਦੋਂ ਇੱਥੇ ਮੋਰਚੇ ਲਾ ਲਏ, ਇਹ ਖਬਰ ਲਾਰਡ ਹਾਰਡਿੰਗ ਨੂੰ, ਜਿਹੜਾ ਬਹੁਤ ਬਹਾਦਰ ਅੰਗਰੇਜ਼ਾਂ ਦਾ ਸਿਪਾਹੀ ਸੀ, ਉਹਨੂੰ ਪਹੁੰਚੀ ਕਿ ਹੁਣ ਸਿੱਖ ਫੌਜ ਜੰਗ ਦੀ ਇੱਛਾ ਨਾਲ ਆ ਰਹੀ ਹੈ। ਤਦ ਉਹਨੇ ਘੋੜਾ ਭਜਾ ਕੇ ਆਪਣੀ ਫੌਜ ਦੇ ਵਿਚਾਲੇ ਜਾ ਖੜਿਆ। ਪੂਰਬੀ ਇਹ ਸਿਪਾਹੀ ਕੋਈ ਰੋਟੀ ਖਾਂਦਾ, ਕੋਈ ਖਾ ਚੁੱਕਿਆ, ਕੋਈ ਪਕਾ ਰਹੇ ਸੀ। ਜੰਗ ਦਾ ਬਿਗਲ ਵੱਜ ਗਿਆ ਤੇ ਫੌਜ ਖਾਣਾ ਪੀਣਾ ਛੱਡ ਕੇ ਝੱਟ ਲੜਾਈ ਦੇ ਵਾਸਤੇ ਤਿਆਰ ਹੋ ਗਈ। ਜਨਰਲ ਸਰ ਹੈਨਰੀ ਸਮਿਥ ਇੱਕ ਹਿੱਸਾ ਸਵਾਰ ਫੌਜ ਤੇ ਘੋੜਿਆਂ ਦੇ ਤੋਪਖਾਨੇ ਨੂੰ ਨਾਲ ਲੈ ਕੇ ਅੱਗੇ ਵਧਿਆ, ਜਿਹਦੇ ਵਿੱਚ ਮੇਜਰ ਸਰਜੇਲ ਮੈਕਸਲ ਸਾਹਿਬ, ਇੱਕ ਬ੍ਰਿਗੇਡ ਤੇ ਜਰਨਲ ਗਿਲਬਰਟ, ਇਹ ਆਪਣੇ 5 ਤੁਰਪ ਤੋਪਖਾਨੇ ਸਮੇਤ, ਕਰਨੈਲ ਬਰਕ 12 ਘੋੜਿਆਂ ਵਾਲੀਆਂ ਤੋਪਾਂ ਸਮੇਤ ਇੱਕ ਡਿਵੀਜ਼ਨ ਦਾ ਭਾਵ ਹੁੰਦਾ ਕਿ ਫੌਜ ਦਾ ਹਿੱਸਾ, ਜਿਹਦੇ ਵਿੱਚ ਇੱਕ ਰਸਾਲਾ ਹੁੰਦਾ ਈਸਟ ਡਰੈਗਨ, ਦੂਜਾ ਬਾਡੀਗਾਰਡ ਰਸਾਲਾ, ਤੀਜਾ ਲਾਈਟ ਕੇਵਲਰੀ ਇਹ ਤੁਰਕ ਸਵਾਰਾਂ ਦਾ, ਚੌਥਾ ਗਿਆਨੀ ਜੀ ਲਿਖਦੇ ਨੇ 9 ਨੰਬਰ ਦੀ ਰੈਜੀਮੈਂਟ ਹਿੰਦੁਸਤਾਨੀ ਸਵਾਰਾਂ ਦੀ ਸਿੱਖਾਂ ਦੇ ਮੁਕਾਬਲੇ ਦੇ ਵਾਸਤੇ 12 ਘੋੜਿਆਂ ਵਾਲੀਆਂ ਤੋਪਾਂ ਲੈ ਕੇ ਅੱਗੇ ਵਧੀ। ਫਿਰ ਪੈਦਲ ਫੌਜ ਉਹ ਜਮਾ ਕੇ ਖੜੀ ਕੀਤੀ। ਇਸ ਮੈਦਾਨ ਦੇ ਵਿੱਚ ਦਰਖਤ ਘੱਟ, ਰੇਤੇ ਦੇ ਇੱਥੇ ਟਿੱਬੇ ਬਹੁਤੇ ਸਨ, ਜਿਨ੍ਹਾਂ ਦੀ ਆੜ ਵਿੱਚ ਸਿੱਖ ਫੌਜ ਆ ਰਹੀ ਸੀ। ਜਦੋਂ ਸਿੱਖਾਂ ਨੇ ਅੰਗਰੇਜ਼ੀ ਫੌਜ ਨੂੰ ਖੜਿਆਂ ਵੇਖਿਆ ਤਦ ਇੱਕਦਮ ਗੋਲਾਬਾਰੀ ਸ਼ੁਰੂ ਕਰਤੀ।
ਹੁਣ ਉਧਰੋਂ ਅੰਗਰੇਜ਼ਾਂ ਨੇ ਵੀ ਤੋਪਾਂ ਦੇ ਮੂੰਹ ਖੋਲ੍ਹਤੇ। ਉਸ ਵੇਲੇ ਦੀ ਸਿੱਖ ਫੌਜ ਦੀ ਗਿਣਤੀ ਭਾਵੇਂ 20-25 ਹਜ਼ਾਰ ਲਿਖੀ ਹੈ, ਪਰ ਜਨਰਲ ਕਨਿੰਗਮ ਉਹਨੇ ਇਤਿਹਾਸ ਜਿਹੜਾ ਲਿਖਿਆ ਉਹ ਲਿਖਦਾ ਕਿ 2000 ਪੈਦਲ ਤੇ 10,000 ਅਸਵਾਰ, 22 ਤੋਪਾਂ ਤੋਂ ਵੱਧ ਨਹੀਂ ਸੀ ਫੌਜ। ਭਾਵ ਕਿ 12,000 ਫੌਜ ਹੋ ਗਈ ਕੁੱਲ, 2000 ਪੈਦਲ ਤੇ 10,000 ਸਵਾਰ, 22 ਤੋਪਾਂ। ਅੰਗਰੇਜ਼ੀ ਫੌਜ ਜਿਹੜੀ ਹੈ 11,000 ਤੇ 42 ਘੋੜਿਆਂ ਵਾਲੀਆਂ ਤੋਪਾਂ। ਜਦੋਂ ਇਧਰੋਂ ਅੰਗਰੇਜ਼ੀ ਫੌਜ ਅੱਗੇ ਵਧੀ ਤਦ ਉਧਰੋਂ ਖਾਲਸਾ ਵੀ ਸ਼ੇਰਾਂ ਦੀ ਤਰ੍ਹਾਂ ਗਾਇਦਾ ਧਰਤੀ ਨੂੰ ਕੰਬਾਉਂਦਾ ਹੋਇਆ ਸਿਰ ਤੇ ਪਹੁੰਚ ਗਿਆ। ਸਿੱਖ ਗੋਲ ਅੰਦਾਜ਼ਾਂ ਨੇ ਇੱਕੋ ਵੇਰ ਇਉਂ ਤੋਪਾਂ ਚਲਾਈਆਂ ਕਿ ਅੱਗੇ ਵਧਣ ਵਾਲੀ ਪੈਦਲ ਫੌਜ ਨੂੰ ਰੋਕਤਾ। ਜਨਰਲ ਵੈਲਿੰਗਟਨ ਤੇ ਬਰਕ ਸਾਹਿਬ, ਦੋ ਜਾਣੇ ਜਿਹੜੇ ਹੁਣੇ ਹੀ ਇੱਕ ਮਸ਼ਹੂਰ ਟਗਸੀਓ ਨਪੋਲੀਅਨ ਬੇਨਾਪਾਰਟ ਨੂੰ ਜਿੱਤ ਕੇ ਆਏ ਸਨ, ਆਪਣੀ 6,000 ਫੌਜ, ਚੜ੍ਹੀ ਫੌਜ, ਘੋੜਸਵਾਰ ਉਹਨਾਂ ਨੂੰ ਪਿੱਛੋਂ ਦੂਰ ਦੂਰ ਤੋਂ ਲਿਆ ਕੇ ਸੱਜੇ ਖੱਬੇ ਪਾਸਿਆਂ ਤੋਂ ਸਿੱਖਾਂ ਤੇ ਹਮਲਾ ਕੀਤਾ। ਅੱਗਿਓਂ ਅੰਗਰੇਜ਼ੀ ਤੋਪਾਂ ਨੇ ਅੱਗ ਵਸਾਤੀ, ਸਿੱਖਾਂ ਦੀਆਂ ਤੋਪਾਂ ਦੇ ਮੂੰਹ ਬੰਦ ਹੋ ਗਏ। ਬਹੁਤ ਸਾਰੇ ਗੋਲੇ ਜਿਹੜੇ ਹੈ ਉਹ ਡਿੱਗੇ ਤੇ ਇਹਦੇ ਵਿੱਚ ਗੋਰੇ ਮਤਵਾਲੇ ਹੋ ਕੇ ਸਿੱਖਾਂ ਦੀਆਂ ਤੋਪਾਂ ਤੇ ਆ ਪਏ। ਕਿੱਲ ਠੋਕ ਕੇ ਤੋਪਾਂ ਨਕੰਮੀਆਂ ਕਰਤੀਆਂ। ਭਾਵੇਂ ਉਹ ਉੱਥੇ ਹੀ ਮਾਰੇ ਗਏ, ਪਰ ਆਪਣੀ ਕੌਮ ਨੂੰ ਜਿੱਤ ਦਿਵਾਉਣ ਵਾਸਤੇ ਉਹ ਕੁਰਬਾਨ ਹੋ ਗਏ। ਅੰਗਰੇਜ਼ੀ ਪਲਟਨ ਵੀ ਸਿੱਖ ਫੌਜ ਤੇ ਹਮਲਾ ਕਰਕੇ ਆ ਗਈ। ਫਿਰ ਦੋਹਾਂ ਸਿਰਾਂ ਤੋਂ ਤਕੜੀ ਮੁੱਠ ਭੇੜ ਹੋਈ। ਅੰਗਰੇਜ਼ੀ ਪਿਆਦੇ ਫੌਜ ਦੇ ਅਫਸਰ ਸਰ ਜਾਨ ਮੈਕਸਲ, ਸਰ ਐਜ ਸਮਿਥ ਤੇ ਗਿਲਬਰਟ ਸਾਹਿਬ। ਇੱਧਰ ਸਿੱਖ ਫੌਜ ਦੇ ਅਫਸਰ ਸਨ ਦਗੇਬਾਜ਼ ਲਾਲ ਸਿੰਘ, ਇਹ ਤੋਂ ਬਿਨਾਂ ਅਯੁੱਧਿਆ ਪ੍ਰਸਾਦ, ਅਮਰਨਾਥ, ਬਖਸ਼ੀ, ਕਨ੍ਹਈਆ ਲਾਲ, ਜਨਰਲ ਚਤਰ ਸਿੰਘ ਕਾਲਿਆਂ ਵਾਲਾ, ਜਨਰਲ ਰਾਮ ਸਿੰਘ, ਜਨਰਲ ਬੁੱਧ ਸਿੰਘ। ਇਹ ਮਸ਼ਹੂਰ ਜਰਨੈਲ ਸੀ ਜਿਨ੍ਹਾਂ ਦੇ ਪ੍ਰੇਰੇ ਹੋਏ ਸਿੱਖ ਇਸ ਬਹਾਦਰੀ ਨਾਲ ਲੜੇ ਕਿ ਉਹਨਾਂ ਦਾ ਕਦਮ ਅੱਗੇ ਹੀ ਅੱਗੇ ਵੱਧਦਾ ਗਿਆ। ਲਾਸ਼ਾਂ ਦੇ ਢੇਰ ਲਾਤੇ। ਜੇ ਕਦੀ ਇੱਕ ਦੋ ਘੜੀਆਂ ਹੋਰ ਲੜਾਈ ਹੁੰਦੀ ਰਹਿੰਦੀ ਜਿਹਨੂੰ ਵੇਖ ਕੇ ਗਿਲਬਰਟ ਤੇ ਗੱਫ ਸਾਹਿਬ ਘਬਰਾ ਗਏ ਸੀ, ਤਦ ਜ਼ਰੂਰ ਸਿੱਖ ਫੌਜ ਦੇ ਹੱਥ ਫਤਿਹ ਆ ਜਾਂਦੀ। ਪਰ ਇਹਨਾਂ ਦਗੇਬਾਜ਼ ਤੇ ਨਿਮਕ ਹਰਾਮ ਲਾਲ ਸਿੰਘ ਨੇ ਪਹਿਲਾਂ ਹੀ ਅੰਗਰੇਜ਼ਾਂ ਨਾਲ ਫੈਸਲਾ ਕਰ ਚੁੱਕਿਆ ਸੀ ਕਿ ਸਿੱਖਾਂ ਨੂੰ ਭਜਾ ਕੇ ਮੈਂ ਪਿੱਛੇ ਲੈ ਜਾਊਂਗਾ। ਇਹਨੇ ਜਦੋਂ ਵੇਖਿਆ ਕਿ ਸਿੱਖ ਫੌਜ ਦੇ ਪੈਰ ਅੱਗੇ ਨੂੰ ਵੱਧ ਰਹੇ ਹੈ ਤਾਂ ਐਨ ਜਦੋਂ ਸਿੱਖਾਂ ਦੀ ਫਤਿਹ ਹੋਣ ਲੱਗੀ, ਆਪਣੀ ਸਿੱਖ ਫੌਜ ਨੂੰ ਖੁਆਰ ਕਰਨ ਦੇ ਵਾਸਤੇ ਇਹ 4000 ਸਿਪਾਹੀ ਦਾ ਇੱਕ ਜਥਾ ਸੀ, ਜਿਨ੍ਹਾਂ ਦੇ ਵਿੱਚ ਡੋਗਰੇ ਤੇ ਮੁਸਲਮਾਨ ਵੀ ਸਨ। ਉਹਨਾਂ ਨੂੰ ਲੈ ਕੇ ਜਿਹੜਾ ਲਾਲ ਸਿੰਘ ਹੈ ਇੱਕਦਮ ਮੈਦਾਨ ਛੱਡ ਕੇ ਭੱਜ ਪਿਆ, ਕਿਉਂਕਿ ਉਹ ਤਾਂ ਪਹਿਲਾਂ ਹੀ ਲਾਰਡ ਨੂੰ ਲਿਖ ਚੁੱਕਿਆ ਸੀ, ਮੈਂ ਲੜਾਈ ਕਰਨ ਵਾਸਤੇ ਨਹੀਂ ਆਇਆ, ਮੈਂ ਤਾਂ ਇਹਨਾਂ ਸਿੱਖਾਂ ਨੂੰ ਭਾਜ ਤੇ ਸ਼ਿਕਸਤ ਦਿਵਾਉਣ ਆਇਆ। ਹੁਣ ਭਾਵੇਂ ਜਦੋਂ ਇਹ ਭੱਜਿਆ, ਕੁਦਰਤੀ ਹੈ ਵੀ ਫੌਜ ਵਿੱਚੋਂ 4000 ਸਿਪਾਹੀ ਇੱਕਦਮ ਪਿੱਛੇ ਨੂੰ ਭੱਜ ਲਏ ਤੇ ਬਾਕੀਆਂ 'ਚ ਵੀ ਘਬਰਾਹਟ ਹੋ ਜਾਂਦੀ ਹੈ। ਕੀ ਕਾਰਨ ਹੈ ਕਿ ਇੰਨੀ ਕੋਈ ਵੱਡੀ ਫੌਜ ਅੱਜ ਕੀ ਲੱਗਦੀ ਹੈ ਜਿਹੜੇ ਭੱਜ ਪਏ। ਪਰ ਲਾਲ ਸਿੰਘ ਨੇ ਪੂਰਾ ਮਿੱਥ ਕੇ ਉਹਨਾਂ ਸਿਪਾਹੀਆਂ ਨੂੰ ਸਿਖਾਇਆ ਹੋਇਆ ਸੀ ਕਿ ਐਨ ਜਦੋਂ ਫਤਿਹ ਹੋਣ ਲੱਗੀ ਆਪਾਂ ਭੱਜਣਾ। ਤਾਂ ਫਿਰ ਜਦੋਂ ਇਹ ਭੱਜਿਆ, ਜਿਹੜੇ ਦੂਜੇ ਨਾਲ ਅਫਸਰ ਵੱਡੇ ਇੱਧਰੋਂ ਸਿੱਖ ਫੌਜ ਦੇ ਬਣਾਏ ਹੋਏ ਸੀ, ਬਖਸ਼ੀ, ਕਨ੍ਹਈਆ ਲਾਲ, ਅਯੁੱਧਿਆ ਪ੍ਰਸਾਦ, ਅਮਰਨਾਥ, ਹੋਰ ਇਤਿਆਦਿ ਕਈ, ਇਹ ਵੀ ਵੱਡੇ ਵੱਡੇ ਅਫਸਰ ਫਿਰ ਜਿਹੜੇ ਸਿੱਖਾਂ ਦੇ ਬਣੇ ਸੀ ਇਹ ਵੀ ਭੱਜ ਗਏ। ਪਰ ਫਿਰ ਵੀ ਸਿੱਖਾਂ ਦੀ ਫੌਜ ਨੇ, ਜਿਹੜੀ ਜਨਰਲ ਬੰਟੋਰੇ ਨੇ ਬੜੀ ਚੰਗੀ ਤਰ੍ਹਾਂ ਉਹ ਸਿਖਾਈ ਹੋਈ ਸੀ, ਆਪਣੇ ਸਰਦਾਰ ਚਤਰ ਸਿੰਘ ਤੇ ਬੁੱਧ ਸਿੰਘ ਦੀ ਬਹਾਦਰੀ ਵਿਖਾਉਣ ਵਾਸਤੇ ਬੜੀ ਦੇਰ ਤੱਕ ਲੜੀ। 4 ਘੰਟੇ ਰਾਤ ਚਲੀ ਗਈ। ਉਧਰ ਅੰਗਰੇਜ਼ੀ ਫੌਜ ਨੇ ਤਾਂ ਮਹਿਤਾਬੀਆਂ ਜਲਾ ਕੇ ਚਾਨਣਾ ਕੀਤਾ। ਪਿੱਛੇ ਹੋਰ ਫੌਜ ਵੀ ਮਦਦ ਵਾਸਤੇ ਪਹੁੰਚ ਗਈ। ਲਾਰਡ ਹਾਰਡਿੰਗ ਤੇ ਹੋਰ ਜਿਹੜੇ ਵੱਡੇ ਅਫਸਰ, ਇਹ ਜਿਹੜਾ ਲਾਰਡ ਹਾਰਡਿੰਗ ਅਫਸਰ ਸੀ, ਲਾਟ ਬਣ ਕੇ
ਹਿੰਦੁਸਤਾਨ ਵਿੱਚ ਆਇਆ ਸੀ। ਉਹਨਾਂ ਸਮਿਆਂ 'ਚ ਫੌਜਾਂ 'ਚ ਲਾਟ ਸਾਹਿਬ ਇੱਕ ਅਹੁਦਾ ਹੁੰਦਾ ਸੀ। ਇਹ ਪੁਰਤਗਾਲ ਤੇ ਫਰਾਂਸੀਸਾਂ ਦੇ ਜੰਗ ਵਿੱਚ ਹੱਥ ਕੱਟਿਆ ਜਾਣ ਕਰਕੇ ਟੁੰਡਾ ਹੋ ਗਿਆ ਸੀ। ਇਸ ਕਰਕੇ ਇਹਦਾ ਨਾਂ ਜਿਹੜਾ ਹੈ ਉਹ ਟੁੰਡੀ ਲਾਟ ਮਸ਼ਹੂਰ ਹੋਇਆ, ਟੁੰਡਾ ਲਾਟ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਜਿਹੜੇ ਕੋਈ ਇਤਿਹਾਸ ਦੇ ਰਹੇ ਨੇ ਵਿਦਿਆਰਥੀ, ਉਹਨਾਂ ਨੂੰ ਪਤਾ ਹੈ ਕਿ ਅੰਗਰੇਜ਼ਾਂ ਦੇ ਵਿੱਚ ਇਹ ਬੜਾ ਮਸ਼ਹੂਰ ਹੋਇਆ ਟੁੰਡੀ ਲਾਟ ਅਫਸਰ। ਅਸਲ ਵਿੱਚ ਇਹ ਜਿਹੜਾ ਐਸਾ ਸੀ ਕਿ ਉਸ ਸਮੇਂ ਫਿਰ ਇਹ ਅੰਗਰੇਜ਼ੀ ਅਫਸਰ ਬੜਾ ਚੰਗਾ ਤੇ ਇਉਂ ਘੋੜਿਆਂ ਤੇ ਸਵਾਰ ਨੇ, ਇੱਧਰੋਂ ਸਿੱਖ ਵੀ ਜਿਹੜੇ ਆ ਲੜ ਰਹੇ ਆ, ਤੇ ਇਹ ਲਾਰਡ ਹਾਰਡਿੰਗ ਹੋਰ ਵੱਡੇ ਅਫਸਰ ਆਪਣੀ ਫੌਜ ਦਾ ਹੌਸਲਾ ਵਧਾਉਂਦੇ ਆ। ਪਰ ਇੱਧਰ ਹੁਣ ਖਾਲਸਾ ਫੌਜ ਜਿਹੜੀ ਹੈ, ਇਹਨਾਂ ਦੇ ਪਿੱਛੇ ਜਿਹੜਾ ਬ੍ਰਾਹਮਣ ਲਾਲ ਸਿੰਘ ਤੇ ਉਹਦੇ ਆਦਮੀ, ਉਹ ਹੌਸਲਾ ਵਧਾਉਣ ਦੀ ਬਜਾਏ ਹਾਕਾਂ ਮਾਰਦੇ ਆ, ਖਾਲਸਾ ਜੀ ਭੱਜ ਚੱਲੋ, ਖਾਲਸਾ ਜੀ ਨੱਸ ਚੱਲੋ, ਇਹੋ ਜਿਹੇ ਵਾਜੇ ਦੇ ਰਹੇ ਆ। ਫਿਰ ਵੀ ਖਾਲਸਾ ਫੌਜ ਜਵਾਂਮਰਦੀ ਨਾਲ ਲੜਦੀ ਰਹੀ। ਬਹੁਤ ਸਾਰੇ ਸਵਾਰ ਘੋੜਿਆਂ ਤੋਂ ਉਤਰ ਕੇ ਅੰਗਰੇਜ਼ੀ ਫੌਜ ਵਿੱਚ ਧੱਸ ਕੇ ਤਲਵਾਰ ਦੇ ਨਾਲ ਆਪਣੀ ਅਦੁੱਤੀ ਸੂਰਮਤਾ ਵਿਖਾ ਰਹੇ ਸੀ ਤੇ ਅਖੀਰ ਸ਼ਹੀਦ ਹੋ ਜਾਂਦੇ। ਜਦੋਂ ਬਹੁਤ ਅੰਧੇਰਾ ਹੋ ਗਿਆ, ਗਵਰਨਰ ਜਨਰਲ ਆਪ ਕ੍ਰਿਚ ਨੂੰ ਖਿੱਚ ਕੇ ਮੈਦਾਨ ਵਿੱਚ ਜਾ ਖੜਿਆ। ਮਿਸਟਰ ਕਰੀ ਉਹਨੇ ਮਨਾ ਕੀਤਾ, ਪਰ ਉਹਨੇ ਮਨਾ ਕਰਨ ਤੇ ਵੀ ਕੋਈ ਪਰਵਾਹ ਨਾ ਕੀਤੀ ਔਰ ਇਹਨਾਂ ਦੇ ਹਾਰ ਜਾਣ ਨਾਲ ਹਾਰ ਮੰਨ ਚੁੱਕੀ ਉਸ ਸਮੇਂ ਅੰਗਰੇਜ਼ੀ ਫੌਜ। ਉਹਨਾਂ ਦੀ ਜਾਨ 'ਚ ਜਾਨ ਆ ਗਈ। ਸਾਰਿਆਂ ਨੇ ਮਿਲ ਕੇ ਇਸ ਜ਼ੋਰ ਨਾਲ ਸਿੱਖਾਂ ਤੇ ਹਮਲਾ ਕੀਤਾ ਕਿ ਹੁਣ ਸਿੱਖਾਂ ਨੂੰ ਮੈਦਾਨ ਛੱਡ ਕੇ ਭੱਜਣਾ ਪਿਆ। ਇਸ ਹਨੇਰੀ ਰਾਤ ਵਿੱਚ ਫਿਰ ਜਿੱਧਰ ਨੂੰ ਕਿਸੇ ਦਾ ਮੂੰਹ ਹੋਇਆ ਉੱਧਰ ਨੂੰ ਚਲਿਆ ਗਿਆ। ਇਹੀ ਹਾਲ ਉਸ ਸਮੇਂ ਅੰਗਰੇਜ਼ਾਂ ਦੀ ਫੌਜ ਦਾ ਹੋਇਆ, ਜੋ ਬਹੁਤ ਸਾਰੇ ਸਿਪਾਹੀ ਤੇ ਅਫਸਰ ਦੂਜੇ ਦਿਨ ਆਪਣੇ ਕੈਂਪ 'ਚ ਪਹੁੰਚੇ। 19 ਦਸੰਬਰ ਨੂੰ ਸੂਰਜ ਨਿਕਲਦਿਆਂ ਹੀ ਅੰਗਰੇਜ਼ਾਂ ਨੇ ਮੈਦਾਨ ਦੇ ਵਿੱਚ 17 ਤੋਪਾਂ ਜਿਹੜੀਆਂ ਸਿੱਖਾਂ ਦੀਆਂ ਰਹਿ ਗਈਆਂ ਸੀ ਉਹਨਾਂ ਤੇ ਕਬਜ਼ਾ ਕਰਕੇ ਫਿਰ ਫਤਿਹ ਦੀ ਛਲਕ ਕਰਾਤੀ। ਹੁਣ ਇੱਧਰ ਸਿੱਖ ਫੌਜਾਂ ਦਾ ਕੋਈ ਮਾਲਕ ਨਹੀਂ ਸੀ ਰਿਹਾ, ਕਿਉਂਕਿ ਜਿਹੜੇ ਵੱਡੇ ਸਨ ਉਹ ਤਾਂ ਸਾਰੇ ਪਹਿਲਾਂ ਹੀ ਭੱਜ ਗਏ ਸੀ। ਜਿਹੜੇ ਸਵੇਰੇ ਜਾ ਕੇ ਕੋਈ ਆਪਣੀਆਂ ਤੋਪਾਂ ਨੂੰ ਸੰਭਾਲਦੇ, ਭਾਵੇਂ ਇਹ 17 ਤੋਪਾਂ ਸਿੱਖਾਂ ਦੀਆਂ ਅੰਗਰੇਜ਼ਾਂ ਦੇ ਹੱਥ ਆਈਆਂ, ਪਰ ਇਹ ਜਿੱਤ ਕੋਈ ਐਸੀ ਵੀ ਜਿੱਤ ਨਹੀਂ ਸੀ ਕਿ ਜਿਹਦੇ ਤੇ ਅੰਗਰੇਜ਼ ਫਖਰ ਕਰ ਸਕਦੇ। ਸਿੱਖਾਂ ਦੇ ਹੱਥ ਵੇਖ ਕੇ ਅੰਗਰੇਜ਼ੀ ਫੌਜ ਦੇ ਦੰਦ ਖੱਟੇ ਹੋ ਗਏ। ਇਸ ਕਰਕੇ ਫੈਸਲਾ ਹੋਇਆ, ਜਦੋਂ ਤੱਕ ਸਰ ਜਾਨ ਲਿਟਲਰ ਦੀ ਫੌਜ ਫਿਰੋਜ਼ਪੁਰ ਨਾ ਆ ਜਾਵੇ ਤਦ ਤੱਕ ਹੁਣ ਸਿੱਖ ਫੌਜਾਂ ਦੇ ਤੇ ਜਿਹੜੇ ਇੱਥੋਂ 10 ਮੀਲ ਦੀ ਫਿਰ ਵਿੱਥ ਤੇ ਫੇਰੂ ਸ਼ਹਿਰ ਹੈ, ਉੱਥੇ ਇਕੱਠੇ ਹੋ ਗਏ। ਅੰਗਰੇਜ਼ ਕਹਿੰਦੇ ਆਪਾਂ ਉਨਾ ਟਾਈਮ ਹਮਲਾ ਨਹੀਂ ਕਰਨਾ। ਹੁਣ ਇਹ ਜੰਗ ਮੁੱਦਕੀ ਦੀ, ਜਿਹਦੇ ਵਿੱਚ ਇੱਕ ਤਰ੍ਹਾਂ ਨਾਲ ਹੁਣ ਸਿੱਖਾਂ ਦੀ ਹਾਰ ਹੋਈ, ਪਰ ਇਹਦੇ ਵਿੱਚ ਬਹੁਤ ਸਾਰੇ ਨਾਮਵਰ ਅੰਗਰੇਜ਼ ਅਫਸਰ ਤੇ ਸਿਪਾਹੀ ਮਾਰੇ ਗਏ, ਜਿਹਦੇ ਵਿੱਚ ਬਲੈਤੀ ਅਫਸਰ ਜਿਹੜੇ ਸਨ 13 ਤਾਂ ਮਰੇ ਵੱਡੇ ਅਫਸਰ, ਤੇ 39 ਵੱਡੇ ਅਫਸਰ ਫੱਟੜ ਹੋਏ। ਫਿਰ ਇਸ ਹਿੰਦੁਸਤਾਨ ਦੇ ਵਿੱਚੋਂ ਵੀ ਵੱਡੇ ਅਫਸਰ ਭਰਤੀ ਹੋਏ ਸੀ, ਉਹਨਾਂ ਚੋਂ 2 ਮਰੇ ਤੇ 9 ਫੱਟੜ ਹੋਏ। ਫਿਰ ਸਿਪਾਹੀ ਜਿਹੜੇ ਬਲੈਤ ਤੋਂ ਲਿਆਂਦੇ, ਉਹਨਾਂ ਵਿੱਚ 192 ਗਿਆਨੀ ਜੀ ਲਿਖਦੇ ਆ ਵੀ ਸਿਪਾਹੀ ਮਰੇ ਤੇ 588 ਫੱਟੜ ਹੋਏ, ਤੇ ਹਿੰਦੁਸਤਾਨੀ ਸਿਪਾਹੀ ਜਿਹੜੇ ਆ 63 ਮਰੇ ਔਰ 92 ਫੱਟੜ ਹੋਏ। ਕੁੱਲ 270 ਮਰੇ ਤੇ 728 ਫੱਟੜ ਹੋਏ। ਫਿਰ ਇਹ ਵੀ ਨਿਯਮ ਹੈ ਕਿ ਬਾਕੀ ਫੌਜ ਉਦਾਸ ਨਾ ਹੋ ਜੇ, ਇਸ ਕਰਕੇ ਫੱਟੜਾਂ ਤੇ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਬਹੁਤ ਘਟਾ ਕੇ ਦੱਸੀ ਜਾਂਦੀ ਹੈ। ਸਿੱਖ ਫੌਜ ਦਾ ਕੋਈ ਮਾਲਕ ਜਾਂ ਅਫਸਰ ਨਹੀਂ ਸੀ, ਇਸ ਕਰਕੇ ਹੁਣ ਇਹਨਾਂ ਦੇ ਫੱਟੜ ਤੇ ਮਰਨ ਵਾਲਿਆਂ ਦੀ ਗਿਣਤੀ ਕੌਣ ਕਰਦਾ। ਜਿਹੜੇ ਸਿੱਖ ਫੱਟੜ ਸੀ ਉਹ ਆਪ ਹੀ ਉੱਠ ਕੇ ਕੈਂਪਾਂ ਤੱਕ ਨਾ ਆ ਸਕੇ। ਦਿਨ ਚੜ੍ਹਦਿਆਂ ਉਹਨਾਂ ਨੂੰ ਗੋਰਿਆਂ ਨੇ ਮਾਰਤਾ, ਤੇ ਲੁਟੇਰਿਆਂ ਨੇ ਕੀ ਕੀਤਾ, ਉਹਨਾਂ ਦੇ ਕੱਪੜੇ, ਕੋਈ ਮਾੜੀ ਮੋਟੀ ਨਗਦੀ ਸੀ ਉਹ ਲੁੱਟ ਲਈ। ਹੁਣ ਇਸ ਲੜਾਈ ਵਿੱਚ ਦੋਹਾਂ ਪਾਸਿਆਂ ਤੋਂ ਕਈ ਬਹਾਦਰ ਬੜੀ ਸੂਰਮਤਾ ਵਿਖਾ ਕੇ ਸ਼ਹੀਦ ਹੋਏ।
ਜਿਹੜਾ ਬ੍ਰਾਹਮਣ ਰਾਜਾ ਲਾਲ ਸਿੰਘ ਆ, ਗਿੱਦੜਾਂ ਵਾਂਗ ਭੱਜ ਕੇ ਸਤਲੁਜ ਪਾਰ ਜੰਗਲ ਵਿੱਚ ਐਸੀ ਥਾਂ ਤੇ ਲੁਕ ਕੇ ਜਾ ਬੈਠਾ ਜਿੱਥੇ ਉਹਨੂੰ ਕੋਈ ਵੇਖ ਨਾ ਸਕੇ। ਦੂਜੇ ਦਿਨ ਸੰਧਿਆ ਵੇਲੇ ਕੈਂਪ ਵਿੱਚ ਆਇਆ। ਇਸੇ ਤਰ੍ਹਾਂ ਅਮਰਨਾਥ ਇਤਿਆਦਿਕ ਇਹ ਭੱਜੇ ਹੋਏ ਤੀਜੇ ਦਿਨ ਆਏ। ਜਰਨੈਲ ਮਹਿਤਾਬ ਸਿੰਘ, ਬੁੱਧ ਸਿੰਘ ਤੇ ਸੁਚੇਤ ਸਿੰਘ ਇਤਿਆਦਿਕ ਇਹਨਾਂ ਅਫਸਰਾਂ ਨੇ ਸਿੱਖ ਫੌਜ ਨੂੰ ਸੰਭਾਲਿਆ ਤੇ ਹੌਸਲਾ ਦਿੱਤਾ। ਕਈ ਇੱਕ ਨਿਆਏਸ਼ੀਲ ਸੁਤੰਤਰ ਖਿਆਲ ਦੇ ਅੰਗਰੇਜ਼ ਕਿਹਾ ਕਰਦੇ ਆ ਕਿ ਹਿੰਦੁਸਤਾਨੀਆਂ ਨੇ ਹੀ ਹਿੰਦ ਦੇ ਬਹਾਦਰ ਮਰਹੱਟੇ ਤੇ ਸਿੱਖ ਆਦਿਕ ਸਾਰੇ ਰਾਜੇ ਮਹਾਰਾਜੇ ਜਿੱਤ ਕੇ ਅੰਗਰੇਜ਼ਾਂ ਨੂੰ ਆਪ ਹੀ ਦੇਤੇ। ਭਾਵ ਇਹ ਸੀ ਕਿ ਅੰਗਰੇਜ਼ ਮੰਨਦੇ ਸੀ ਸਿੱਖਾਂ ਨੂੰ ਅਸੀਂ ਜਿੱਤਿਆ ਨਹੀਂ, ਇਹਨਾਂ ਨੂੰ ਇਹਨਾਂ ਦੇ ਲੋਕਾਂ ਨੇ ਹਰਾਇਆ ਹੈ। ਆਪ ਅੰਗਰੇਜ਼ਾਂ ਨੇ ਕਿਸੇ ਨੂੰ ਨਹੀਂ ਜਿੱਤਿਆ, ਸਿਰਫ ਹਿੰਦੁਸਤਾਨੀਆਂ ਦੇ ਹੱਥੀਂ ਹਿੰਦੁਸਤਾਨੀਆਂ ਦਾ ਗਲਾ ਕਟਵਾਉਣ ਦੀ ਪ੍ਰੇਰਨਾ ਕਰਨਾ ਹੀ ਅੰਗਰੇਜ਼ਾਂ ਦਾ ਕੰਮ ਸੀ। ਤੇ ਉਹਨਾਂ ਦਾ ਇਹ ਆਖਣਾ ਮੁੱਦਕੀ ਦੇ ਮੈਦਾਨ ਦੇ ਵਿੱਚ ਅੱਖਰ ਅੱਖਰ ਸੱਚ ਹੋਇਆ। ਮੁੱਦਕੀ ਦੀ ਲੜਾਈ ਪਿੱਛੋਂ ਅੰਗਰੇਜ਼ ਅਫਸਰਾਂ ਨੇ 3 ਦਿਨ ਤੱਕ ਫਿਰੋਜ਼ਪੁਰ ਤੋਂ ਲਿਟਲਰ ਸਾਹਿਬ ਦੀ ਆਉਣ ਵਾਲੀ ਫੌਜ ਦੀ ਉਡੀਕ ਕੀਤੀ ਤੇ ਜਦੋਂ ਇਹ 8000 ਜਵਾਨ ਤੇ 22 ਤੋਪਾਂ ਫੇਰੂ ਸ਼ਹਿਰ ਜਿੱਥੇ ਸਿੱਖਾਂ ਨੇ ਲੜਾਈ ਕਰਨ ਵਾਸਤੇ ਮੋਰਚਾ ਬਣਾ ਕੇ ਰੱਖਿਆ ਸੀ 3 ਮੀਲ ਦੇ ਫਾਸਲੇ ਤੇ ਰਹਿ ਗਏ, ਤਾਂ ਮੁੱਦਕੀ ਤੋਂ ਲਾਰਡ ਗੱਫ ਸਾਹਿਬ ਆਪਣੀ 15000 ਫੌਜ ਤੇ 65 ਤੋਪਾਂ ਲੈ ਕੇ 21 ਦਸੰਬਰ ਨੂੰ ਲਿਟਲਰ ਸਾਹਿਬ ਦੀ ਫੌਜ ਦੇ ਨਾਲ ਜਾ ਕੇ ਮਿਲਿਆ। ਇਸ ਤਰ੍ਹਾਂ ਦੋਹਾਂ ਪਾਸਿਆਂ ਦੀ ਅੰਗਰੇਜ਼ੀ ਫੌਜ ਮਿਲ ਕੇ 23-24 ਦੇ ਕਰੀਬ ਹੋ ਗਈ। ਉਸ ਵੇਲੇ ਇਸ ਫੌਜ ਵਿੱਚ ਇੱਕ ਬੜੀ ਹੈਰਾਨੀ ਦੀ ਗੱਲ ਹੋਈ। ਉਹ ਇਹ ਸੀ ਕਿ ਹਿੰਦੁਸਤਾਨ ਦੀਆਂ ਸਾਰੀਆਂ ਫੌਜਾਂ ਦੇ ਵੱਡੇ ਅਫਸਰ ਲਾਰਡ ਹਾਰਡਿੰਗ ਨੇ ਆਪਣੇ ਵੱਡੇ ਅਹੁਦੇ ਦੀ ਕੋਈ ਪਰਵਾਹ ਨਹੀਂ ਕੀਤੀ। ਇਹ ਸਾਰੀਆਂ ਹਿੰਦੁਸਤਾਨ ਦੀਆਂ ਫੌਜਾਂ ਦਾ ਅੰਗਰੇਜ਼ਾਂ ਦਾ ਵੱਡਾ ਅਫਸਰ ਸੀ ਲਾਰਡ ਹਾਰਡਿੰਗ। ਇਹਨੇ ਕੇਵਲ ਫਤਿਹ ਦਾ ਖਿਆਲ ਰੱਖ ਕੇ ਕਮਾਂਡਰ ਇਨ ਚੀਫ ਗੱਫ ਸਾਹਿਬ ਦੇ ਅਧੀਨ ਹੋ ਕੇ ਸਿੱਖਾਂ ਜਿਹੀ ਬਹਾਦਰ ਕੌਮ ਦੇ ਨਾਲ ਟਾਕਰਾ ਕਰਨ ਵਾਸਤੇ ਮੈਦਾਨ ਵਿੱਚ ਆ ਖੜਿਆ। ਉਧਰ ਲਾਲ ਸਿੰਘ ਨੇ 12 ਪਲਟਣਾ ਤੇਜਾ ਸਿੰਘ ਤੋਂ ਮੰਗਾਈਆਂ। ਜਦੋਂ ਇਹ ਫੌਜ 19 ਦਸੰਬਰ ਨੂੰ ਲਾਲ ਸਿੰਘ ਦੀ ਫੌਜ ਨਾਲ 52 ਤੋਪਾਂ ਲੈ ਕੇ ਆ ਕੇ ਮਿਲੀ, ਤਦ ਫੇਰੂ ਸ਼ਹਿਰ ਜਿਹੜਾ ਕਿ ਫਿਰੋਜ਼ਪੁਰ ਤੋਂ 5 ਕੋਹ ਤੇ ਮੁੱਦਕੀ ਵਾਲੇ ਪਾਸੇ ਹੈ, ਸਿੱਖਾਂ ਦੀ ਕੁੱਲ ਦੇ ਵਿੱਚ ਅਫਵਾਹ ਅਨੁਸਾਰ ਤਾਂ 50,000 ਦੇ ਕਰੀਬ ਤੇ 108 ਤੋਪਾਂ ਹੋ ਗਈਆਂ, ਪਰ ਅਸਲ ਵਿੱਚ 15 ਪਲਟਣਾ 10 ਰਸਾਲੇ ਅੰਗਰੇਜ਼ੀ ਫੌਜ ਨਾਲੋਂ ਕੋਈ ਬਹੁਤੀ ਜ਼ਿਆਦਾ ਨਹੀਂ ਸੀ। ਇੱਕ ਨਿੰਗਮ ਦਾ ਇਤਿਹਾਸ ਕਹਿੰਦਾ। ਹੁਣ ਜਦੋਂ 21 ਦਸੰਬਰ ਨੂੰ ਸਿੱਖਾਂ ਤੇ ਹਮਲਾ ਕਰਨ ਵਾਸਤੇ ਅੰਗਰੇਜ਼ੀ ਫੌਜ ਨੇ ਕੂਚ ਕੀਤਾ ਤਾਂ ਸਿੱਖ ਫੌਜ ਅੰਗਰੇਜ਼ੀ ਫੌਜ ਨੂੰ ਵੇਖ ਕੇ ਝਟਪਟ ਤਿਆਰ ਹੋ ਗਈ। ਸਰ ਜਾਨ ਲਿਟਲਰ ਤੇ ਬ੍ਰਿਗੇਡੀਅਰ ਵੈਲ ਸਾਹਿਬ ਇਕੱਠੇ ਹੋ ਕੇ ਸਿੱਖ ਫੌਜਾਂ ਦੇ ਉੱਤੇ ਅੱਗ ਵਸਾਉਂਦੇ ਹੋਏ ਅੱਗੇ ਵਧੇ ਐ। 3 ਤੁਰਪ ਇੱਕ ਪਿੱਛੇ ਤੇ ਇੱਕ ਸੱਜੇ ਖੱਬੇ ਨੀਅਤ ਕੀਤੇ ਤਾਂ ਕਿ ਲੜਾਈ ਵੇਲੇ ਜਿੱਥੇ ਲੋੜ ਹੋਵੇ ਕੰਮ ਆ ਜਾਣ। ਇੱਕ ਡਿਵੀਜ਼ਨ ਸਰ ਹੈਨਰੀ ਸਮਿਥ ਦੇ ਹੁਕਮ ਵਿੱਚ ਖੜਾ ਹੋ ਗਿਆ। ਥੋੜੇ ਜਿਹੇ ਸਵਾਰ ਇਹਦੇ ਨਾਲ ਵੀ ਸਨ। ਇਹਨਾਂ ਦੀਆਂ ਤਿਆਰੀਆਂ ਵਿੱਚ ਕੇਵਲ ਹੁਣ 1.5 ਘੰਟਾ ਦਿਨ ਰਹਿ ਗਿਆ। ਇਸ ਫੌਜ ਸਿੱਖਾਂ ਤੇ ਅੱਗ ਵਸਾਉਂਦੀ ਹੋਈ ਅੱਗੇ ਵਧੀ ਹੈ ਤੇ ਸਿੱਖਾਂ ਵੱਲੋਂ ਵੀ ਹੁਣ ਉਧਰੋਂ ਉੱਤਰ ਮਿਲਣ ਲੱਗਿਆ। ਸਿੱਖਾਂ ਦੀਆਂ ਤੋਪਾਂ ਵੱਡੇ ਪਲੇ ਦੀਆਂ ਸੀ, ਇਸ ਕਰਕੇ ਅੰਗਰੇਜ਼ੀ ਤੋਪਾਂ ਉਹਨਾਂ ਦਾ ਟਾਕਰਾ ਨਾ ਕਰ ਸਕੀਆਂ। ਕਈ ਵਾਰ ਅੰਗਰੇਜ਼ ਸਿਪਾਹੀ ਦਲੇਰਾਨਾ ਹਮਲਾ ਕਰਕੇ ਸਿੱਖਾਂ ਤੇ ਪਏ, ਪਰ ਹਰ ਵਾਰੀ ਸਿੱਖਾਂ ਨੇ ਇਸ ਤਰ੍ਹਾਂ ਤੇਜ਼ੀ ਨਾਲ ਬੰਦੂਕਾਂ ਤੋਂ ਕੰਮ ਲਿਆ ਕਿ ਦੁਸ਼ਮਣ ਦੀਆਂ ਧੱਜੀਆਂ ਉਡਾਤੀਆਂ। ਭਾਵੇਂ ਗੋਰਿਆਂ ਦੀ ਫੌਜ ਨੇ ਬੜੀ ਜਮਾਂਮਰਦੀ ਨਾਲ ਕਈ ਵਾਰ ਧਾਵੇ ਕੀਤੇ, ਪਰ ਸਿੱਖਾਂ ਨੂੰ ਭੋਰਾ ਵੀ ਉਹ ਹਾਨੀ ਨਾ ਪਹੁੰਚਾ ਸਕੇ। ਜਿਸ ਕੌਮ ਨੇ ਯੂਰਪ ਦੇ ਸੱਚੇ ਜਵਾਂਮਰਦ ਨਪੋਲੀਅਨ ਨੂੰ ਜਿੱਤ ਕੇ ਆਪਣੀ ਫਤਿਹ ਦਾ ਡਾਂਕਾ ਵਜਾਇਆ ਸੀ, ਅੱਜ ਉਸ ਫੌਜ ਨੂੰ ਸਿੱਖਾਂ ਦੀ ਬਹਾਦਰ ਧੀਰਜ ਵਾਲੀ ਫੌਜ ਦੀ ਸੂਰਮਤਾ ਵੇਖ ਕੇ ਘਬਰਾ ਕੇ ਪਸੀਨੇ ਨਾਲ ਤਰ ਹੋਣਾ ਪਿਆ। ਜਿਉਂ ਹੀ ਅੰਗਰੇਜ਼ਾਂ ਨੇ ਬੜੇ ਜ਼ੋਰ ਨਾਲ ਸਿੱਖਾਂ ਤੇ ਹਮਲੇ ਕਰਨੇ ਸ਼ੁਰੂ ਕੀਤੇ, ਤਿਉਂ ਹੀ ਨੁਕਸਾਨ ਤੇ ਸ਼ਰਮਿੰਦਗੀ ਵੀ ਉਠਾਈ। ਇਹ ਤੋਂ ਪਹਿਲਾਂ ਕਦੇ ਵੀ ਏਸ਼ੀਆਈ ਲੜਾਈਆਂ ਵਿੱਚ ਇੰਨੀ ਅੰਗਰੇਜ਼ਾਂ ਨੂੰ ਤਕਲੀਫ ਨਹੀਂ ਉਠਾਉਣੀ ਪਈ ਸੀ ਜਿਹੜੀ ਕਿ ਸਿੱਖਾਂ ਨਾਲ ਇਸ ਲੜਾਈ ਕਰਨ ਤੇ ਇਹਨਾਂ ਨੂੰ ਸਹਾਰਨੀ ਪਈ।
ਸਿੱਖਾਂ ਦੀਆਂ ਤੋਪਾਂ ਨੇ ਬਹੁਤ ਸਾਰੀਆਂ ਗੱਡੀਆਂ ਰਸਦ ਦੀਆਂ ਤੇ ਸਮਾਨ ਦੀਆਂ ਭਰੀਆਂ ਹੋਈਆਂ ਨਕੰਮੀਆਂ ਕਰਤੀਆਂ। ਐਸੀ ਹਾਲਤ ਵੇਖ ਕੇ ਇਹਨਾਂ ਅੰਗਰੇਜ਼ਾਂ ਦਾ ਇੱਕ ਕਪਤਾਨ ਲੰਗਲ ਤੇ ਇੱਕ ਹੇਲਨ, ਇਹਨਾਂ ਆਪਣੀ ਸਾਰੀ ਫੌਜ ਨੂੰ ਲੈ ਕੇ ਬਿਜਲੀ ਵਾਂਗੂ ਕੜ ਕੇ ਸਿੱਖਾਂ ਦੇ ਅੱਗੇ ਵਧਣ ਵਾਲੀ ਸੈਨਾ ਤੇ ਆ ਪਏ। ਮੋਰਚਾ ਖੋ ਕੇ 6 ਤੋਪਾਂ ਤੇ ਕਬਜ਼ਾ ਕਰ ਲਿਆ। ਪਰ ਇਸੇ ਸਿੱਖ ਫੌਜ ਦੇ ਪਿੱਛੇ 4 ਪਲਟਣਾ ਉਹ ਮਾਨਾਂ ਵਾਲਿਆਂ ਦੀਆਂ ਖੜੀਆਂ ਸਨ। ਉਹਨਾਂ ਨੇ ਇੰਨੀ ਜਮਾ ਮਰਦੀ ਨਾਲ ਹੱਲਾ ਕੀਤਾ ਕਿ ਅੰਗਰੇਜ਼ੀ ਫੌਜ ਜਿਸ ਤਰ੍ਹਾਂ ਅੱਗੇ ਵੱਧਦੀ ਚਲੀ ਆ ਰਹੀ ਸੀ, ਉਸੇ ਤਰ੍ਹਾਂ ਤੋਪਾਂ ਬੰਦੂਕਾਂ ਨਾਲ ਇਹਨਾਂ ਨੂੰ ਫਿਰ ਭਜਾਇਆ ਤੇ ਉਹ ਤੋਪਾਂ ਵੀ ਖੋਲੀਆਂ। ਐਸੇ ਗੋਲੇ ਮਾਰੇ ਕਿ ਕਈ ਅੰਗਰੇਜ਼ੀ ਤੋਪਾਂ ਤਖਤ ਤੋਂ ਸੁੱਟਤੀਆਂ। ਬਰੂਦ ਦਾ ਢੇਰ ਅਸਮਾਨ ਨੂੰ ਉਡਾਤਾ, ਜਿਹਦੇ ਨਾਲ ਸੈਂਕੜੇ ਜਵਾਨ ਮਰ ਗਏ, ਬੇਸ਼ੁਮਾਰ ਜਵਾਨ ਤੇ ਘੋੜੇ ਝੁਲਸ ਗਏ। ਇਸ ਤਰ੍ਹਾਂ ਰਣ ਖੇਤਰ ਜਿਹੜਾ ਹੈ ਹੁਣ ਮੁੱਦਕੀ ਦਾ ਬੜਾ ਡਰਾਉਣਾ ਹੋ ਗਿਆ। ਫੇਰੂ ਦਾ ਮੁੱਦਕੀ ਲੜਾਈ ਪਹਿਲਾਂ, ਇਹ ਥੋੜੇ ਦਿਨ ਬਾਅਦ ਫਿਰ ਫੇਰੂ ਦੀ ਹੋਈ ਹੈ। ਪਰ ਅੰਗਰੇਜ਼ਾਂ ਨੇ ਹੁਣ ਸਿੱਖਾਂ ਦੇ ਇੰਨੇ ਜ਼ੋਰਦਾਰ ਹਮਲੇ ਦੇ ਸਾਹਮਣੇ ਵੀ ਫਿਰ ਪਿੱਠ ਨਾ ਵਿਖਾਈ, ਉਹ ਸਾਬਤ ਕਦਮੀ ਨਾਲ ਲੜਦੇ ਰਹੇ। ਇੰਨਾ ਭੁਚਾਲ ਆਉਣ ਤੇ ਵੀ ਜਿਨ੍ਹਾਂ ਦੀ ਹਿੰਮਤ ਨਾ ਟੁੱਟੀ, ਉਹਨਾਂ ਸਿਵਾ ਇਹ ਸੋਨਾ ਉਗਣ ਵਾਲੀ ਤੇ ਦਵੈਸ਼ ਦੇ ਰੰਗ ਨਾਲ ਰੰਗੀ ਹੋਈ ਧਰਤੀ ਦਾ ਹੁਣ ਮਾਲਕ ਕੌਣ ਹੋ ਸਕਦਾ ਹੈ। ਗਿਆਨੀ ਜੀ ਕਹਿੰਦੇ ਸੱਚ ਹੈ ਵੀ ਡੇਗਣ ਨਾਲੋਂ ਡਿੱਗਿਆ ਹੋਇਆ ਉੱਠ ਕੇ ਦੁਸ਼ਮਣ ਦੇ ਸਾਹਮਣੇ ਖੜਾ ਹੋ ਜੇ ਨਾ, ਉਹ ਬਹੁਤਾ ਬਹਾਦਰ ਹੁੰਦਾ ਹੈ। ਉਸ ਵੇਲੇ ਅੰਗਰੇਜ਼ੀ ਫੌਜ ਇੰਨੀ ਘਾਬਰ ਗਈ ਕਿ ਉਹ ਤੋਂ ਆਪਣਾ ਆਪ ਸੰਭਾਲਣਾ ਵੀ ਮੁਸ਼ਕਲ ਹੋ ਗਿਆ। ਸਿੱਖਾਂ ਦੀਆਂ ਤੋਪਾਂ ਨੇ ਅੰਗਰੇਜ਼ੀ ਤੋਪਾਂ ਨੂੰ ਤਖਤ ਤੋਂ ਸੁੱਟਤਾ, ਉਹਨਾਂ ਦਾ ਮੈਗਜ਼ੀਨ ਹਵਾ 'ਚ ਉਡਾਤਾ। ਇਹਨਾਂ ਦੀਆਂ ਫੌਜਾਂ ਪਿੱਛੇ ਮੁੜ ਕੇ ਘਾਬਰੀਆਂ ਹੋਈਆਂ ਇੱਕ ਦੂਜੇ 'ਤੇ ਡਿੱਗਣ ਲੱਗੀਆਂ। ਅੰਗਰੇਜ਼ ਅਫਸਰ ਜਿੱਤ ਵੱਲੋਂ ਨਿਰਾਸ਼ ਹੋ ਕੇ ਹੱਕੇ ਬੱਕੇ ਖੜੇ ਸੀ। ਕਰਨੈਲਾਂ ਦਾ ਹਾਲ ਇਹ ਸੀ ਕਿ ਉਹਨਾਂ ਨੂੰ ਆਪਣੀ ਆਪਣੀ ਫੌਜ ਦੀ ਕੋਈ ਖਬਰ ਨਹੀਂ ਸੀ ਕਿ ਕੌਣ ਕਿੱਥੇ ਤੇ ਕਿੱਥੇ ਨਹੀਂ ਹੈ। ਸਾਰੀਆਂ ਫੌਜਾਂ ਆਪਸ ਵਿੱਚ ਮਿਲ ਗਈਆਂ। ਸਿਪਾਹੀ ਅਫਸਰ ਤੇ ਕੁੱਲੀ ਸਾਰਿਆਂ ਤੋਂ ਆਪਣੀ ਜਗ੍ਹਾ ਛੁੱਟ ਗਈ। ਸਭ ਦੇ ਸਭ ਝੱਲਿਆਂ ਵਾਂਗੂ ਫਿਰ ਰਹੇ ਸੀ। ਭਾਵੇਂ ਤੋਪਾਂ ਤੇ ਬੰਦੂਕਾਂ ਚਲਾ ਤਾਂ ਰਹੇ ਐ, ਪਰ ਪਤਾ ਨਹੀਂ ਸੀ ਕਿਹਦੇ ਤੇ ਕਿਹੜੇ ਪਾਸੇ ਨੂੰ ਛੱਡ ਰਹੇ। ਜਿਹੜੇ ਅਫਸਰ ਹੈ ਉਹ ਇੱਧਰ ਉੱਧਰ ਫਿਰਦੇ ਤਾਂ ਹਨ, ਪਰ ਇਹ ਨਹੀਂ ਸੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਨੁਕਸਾਨ ਕਿਹਦਾ ਹੋ ਰਿਹਾ। ਘਬਰਾਹਟ ਵਿੱਚ ਨਾ ਤਾਂ ਕੋਈ ਕਿਸੇ ਨੂੰ ਹੁਕਮ ਦਿੰਦਾ, ਨਾ ਕੋਈ ਕਿਸੇ ਦੇ ਹੁਕਮ ਨੂੰ ਸੁਣਦਾ। ਹੁਣ ਵਰਤੋਂ ਕੌਣ ਕਰੇ, ਸਾਰੇ ਕੰਬ ਰਹੇ ਸਨ। ਇਹ ਸਮਾਂ ਅੰਗਰੇਜ਼ਾਂ ਵਾਸਤੇ ਬਹੁਤ ਮੁਸ਼ਕਲ ਤੇ ਖਤਰੇ ਦਾ ਸੀ। ਉਸ ਸਮੇਂ ਇਹਨਾਂ ਦੀ ਫੌਜ ਨੂੰ ਅੱਜ ਤੱਕ ਕਿਸੇ ਐਸੇ ਕਰੜੇ ਸ਼ਤਰੂ ਨਾਲ ਵਾਹ ਨਹੀਂ ਸੀ ਪਿਆ। ਉਹਨਾਂ ਇਹ ਤੋਂ ਪਹਿਲਾਂ ਹਮੇਸ਼ਾ ਫਤਿਹ ਪਾਈਆਂ ਸੀ, ਪਰ ਅੱਜ ਅੰਗਰੇਜ਼ਾਂ ਨੂੰ ਇਹ ਫਤਿਹ ਦੇ ਚਿੰਨ 100 ਕੋਹ ਦੂਰ ਦਿਸਦੇ ਨੇ। ਤੇ ਉਹ ਅੰਗਰੇਜ਼ ਬਹਾਦਰ ਸਿਪਾਹੀ ਜਿਨ੍ਹਾਂ ਨੂੰ ਹਿੰਦੁਸਤਾਨ ਤੋਂ ਬਾਹਰ ਕਦੇ ਵੀ ਫਤਿਹ ਪ੍ਰਾਪਤ ਕਰਨ ਵਿੱਚ ਇੰਨੀ ਤਕਲੀਫ ਨਹੀਂ ਸੀ ਹੋਈ, ਅੱਜ ਉਹੀ ਫਤਿਹ ਇੱਕ ਟੇਢੀ ਖੀਰ ਨਜ਼ਰ ਆ ਰਹੀ ਹੈ। ਉਹ ਸਲਾਹ ਕਰ ਰਹੇ ਸਨ ਕਿ ਹੁਣ ਆਪਾਂ ਇਉਂ ਕਰੀਏ ਵੀ ਫਿਰੋਜ਼ਪੁਰ ਨੂੰ ਹੀ ਪਿੱਛੇ ਮੁੜ ਚੱਲੀਏ। ਪਰ ਬਹਾਦਰ ਸਿਪਾਹ ਸਲਾਰ ਤੇ ਲਾਰਡ ਹਾਰਡਿੰਗ ਨੇ ਗੱਲ ਨਾ ਮੰਨੀ। ਕਿਹਾ ਸਾਡੀ ਫੌਜ ਜੋ ਸਦਾ ਜਿੱਤ ਪ੍ਰਾਪਤ ਕਰਦੀ ਰਹੀ ਹੈ, ਅੱਜ ਜੇ ਆਪਾਂ ਪਿੱਛੇ ਹਟ ਗਏ ਸ਼ਰਮ ਦੀ ਗੱਲ ਹੈ। ਅੰਗਰੇਜ਼ੀ ਫੌਜ ਨੂੰ ਨਾਲ ਲੈ ਕੇ ਕਿਹਾ ਆਓ ਪਿੱਛੇ ਭੱਜ ਕੇ ਜਾਣ ਨਾਲੋਂ ਅੱਗੇ ਵੱਧ ਕੇ ਕੌਮ ਦੀ ਖਾਤਰ ਕੁਰਬਾਨ ਹੋ ਕੇ ਮਰ ਜਾਈਏ ਜਾਂ ਫਿਰ ਫਤਿਹ ਪ੍ਰਾਪਤ ਕਰੀਏ। ਲਾਰਡ ਹਾਰਡਿੰਗ ਦੀ ਹਿੰਮਤ ਤੇ ਕਮਾਂਡਰ ਇਨ ਚੀਫ ਉਹਦੀ ਬਹਾਦਰੀ ਨਾਲ ਜਦੋਂ ਦਿਨ ਡੁੱਬਣ ਲੱਗਿਆ, ਉਸ ਵੇਲੇ ਅੰਗਰੇਜ਼ਾਂ ਨੂੰ ਕੁਝ ਕੁ ਕਾਮਯਾਬੀ ਹੋ ਗਈ। ਥੋੜੇ ਜਿਹੇ ਚਿਰ ਵਾਸਤੇ ਇਹਨਾਂ ਨੂੰ ਆਰਾਮ ਮਿਲਿਆ। ਭਾਵ ਕਿ ਮੇਜਰ ਜਨਰਲ ਹੈਨਰੀ ਸਮਿਥ ਉਹਦੀ ਬ੍ਰਿਗੇਡ ਨੇ ਫੇਰੂ ਸ਼ਹਿਰ ਨੂੰ ਥੋੜੇ ਚਿਰ ਵਾਸਤੇ ਸਿੱਖਾਂ ਤੋਂ ਖੋਹ ਲਿਆ, ਕਿਉਂਕਿ ਰਾਤ ਨੂੰ ਉਹਦੇ ਤੇ ਉਹਨਾਂ ਆਪਣਾ ਕਬਜ਼ਾ ਨਾ ਰੱਖ ਸਕੇ, ਇਸ ਕਰਕੇ ਪਿੱਛੇ ਹਟਿਆ ਏ। ਕੈਸਰ ਹਿੰਦ ਦੀ 3 ਡਰਗੂਨ ਨੇ ਬਹੁਤ ਜ਼ੋਰ ਪਾਇਆ, ਪਰ ਫਿਰ ਵੀ ਸਿੱਖ ਆਪਣੇ ਮੋਰਚਿਆਂ ਤੇ ਡਟੇ ਰਹੇ। ਬੜੀ ਹਿੰਮਤ ਤੇ ਜਮਾਂ-ਮਰਦੀ ਨਾਲ ਅੰਗਰੇਜ਼ ਉਹਨਾਂ ਤੇ ਅੱਗ ਵਸਾਉਂਦੇ ਰਹੇ। ਇਹ ਰਾਤ ਅੰਗਰੇਜ਼ਾਂ ਲਈ ਕਟਕਾਂ ਦੀ ਰਾਤ ਸੀ। ਇੱਕ ਤਾਂ ਵਿਚਾਰੇ ਦਿਨ ਭਰ ਦੇ ਭੁੱਖੇ ਤੇ ਆਏ ਐ, ਦੂਜਾ ਉਦੋਂ ਠੰਡ ਸੀ, ਪੋਹ ਦਾ ਮਹੀਨਾ, ਸਰਦੀ ਨਾਲ ਹੱਥ ਪੈਰ ਸੁੰਨ ਹੁੰਦੇ ਜਾਂਦੇ, ਕਿਉਂਕਿ ਅੰਗਰੇਜ਼ਾਂ ਦੀ ਜਿਹੜੀ ਚਮੜੀ ਸੀ ਉਹ ਗੋਰੀ ਸੀ, ਨਰਮ ਸੀ। ਤੀਜਾ ਹੁਣ ਉੱਤੋਂ ਦੁਸ਼ਮਣ ਅੱਗ ਵਸਾ ਰਿਹਾ ਸੀ। ਇੱਕ ਬਿਪਤਾ ਨਹੀਂ ਸੀ,
ਕਦਮ ਕਦਮ ਤੇ ਮੁਸੀਬਤਾਂ ਮੂੰਹ ਵਿਖਾ ਰਹੀਆਂ ਸੀ। ਸਿੱਖ ਜਿਹੜੇ ਆ ਸਾਰੀ ਰਾਤ ਅੱਗ ਬਾਲ ਕੇ ਸੇਕਦੇ ਰਹੇ, ਪਰ ਇਹਨਾਂ ਦੀਆਂ ਤੋਪਾਂ ਸਾਰੀ ਰਾਤ ਚੱਲਦੀਆਂ ਰਹੀਆਂ। ਅੰਗਰੇਜ਼ਾਂ ਨੇ ਇਹ ਤਕਲੀਫ ਦੀ ਰਾਤ ਬਿਨਾਂ ਬਿਸਤਰਿਆਂ ਤੋਂ ਕੱਟੀ, ਤੇ ਸਿੱਖਾਂ ਦਾ ਹਾਲ ਇਹ ਸੀ ਜਿਹੜੇ ਪਾਸੇ ਪੈਂਦੇ ਸਫਾਈ ਕਰਦੇ ਚਲੇ ਜਾਂਦੇ। 22 ਦਸੰਬਰ ਦੀ ਸਵੇਰ ਨੂੰ ਲਾਰਡ ਹਾਰਡਿੰਗ ਤੇ ਗੱਫ ਸਾਹਿਬ ਆਪਸ ਵਿੱਚ ਸੋਚ ਰਹੇ ਨੇ ਹੁਣ ਕੀ ਕੀਤਾ ਜਾਵੇ, ਪਿੱਛੇ ਹਟੀਏ ਜਾਂ ਦੁਸ਼ਮਣ ਤੇ ਹਮਲਾ ਕਰੀਏ। ਉਸੇ ਵੇਲੇ ਖਾਲਸਾ ਦਾ ਦਿਲੀ ਦੁਸ਼ਮਣ ਜਿਹੜਾ ਬਣਿਆ ਤੇ ਅਫਸਰ ਹੈ ਪਰ ਖਾਲਸੇ ਨੂੰ ਹਰਾਉਣਾ ਚਾਹੁੰਦਾ, ਲਾਲ ਸਿੰਘ, ਇਹ 4000 ਆਦਮੀ ਲੈ ਕੇ ਮੁੱਦਗੀ ਤੋਂ ਆ ਗਿਆ, ਜਿਹਦੇ ਆਉਣ ਤੇ ਸਿੱਖਾਂ ਦੇ ਵਿੱਚ ਫਤਿਹ ਫਤਿਹ ਦੇ ਆਵਾਜ਼ੇ ਜਿੱਤਣ ਲੱਗੇ। ਪਰ ਅੰਗਰੇਜ਼ਾਂ ਦੇ ਬਾਕੀ ਹੌਸਲੇ ਵੀ ਟੁੱਟ ਗਏ। ਲਾਰਡ ਹਾਰਡਿੰਗ ਗਵਰਨਰ ਜਨਰਲ ਨੇ ਆਪਣੀ ਫੌਜ ਦੀ ਅਤੀ ਖਰਾਬ ਹਾਲਤ ਵੇਖ ਕੇ ਆਪਣੀ ਘੜੀ ਤੇ ਤਮਗੇ ਆਦਿਕ ਲੜਕੇ ਦੇ ਸਪੁਰਦ ਕਰਦੇ ਸਹੁੰ ਉਠਾਈ, ਅੱਜ ਜਾਂ ਤਾਂ ਮੈਦਾਨੇ ਜੰਗ 'ਚ ਸਦਾ ਲਈ ਸੌਂ ਜਾਊਂ ਜਾਂ ਫਤਿਹ ਪਾਊਂ। ਜਿਸ ਵੇਲੇ ਲਾਰਡ ਹਾਰਡਿੰਗ ਇੱਕ ਮਾਮੂਲੀ ਸਿਪਾਹੀ ਵਾਂਗ ਲੜਾਈ ਵਿੱਚ ਲੱਗ ਪਿਆ, ਤਦ ਇਹਨਾਂ ਨੂੰ ਇਸ ਤਰ੍ਹਾਂ ਲੜਦਾ ਵੇਖ ਕੇ ਅੰਗਰੇਜ਼ੀ ਫੌਜ ਦੇ ਅਫਸਰਾਂ ਦੇ ਹੌਸਲੇ ਵੱਧ ਗਏ ਤੇ ਸਿੱਖਾਂ ਦੀ ਇੱਕ ਤੋਪ ਜਿਹੜੀ ਹਰ ਵੇਲੇ ਅੱਗ ਵਸਾਉਂਦੀ ਅੰਗਰੇਜ਼ੀ ਫੌਜ ਦਾ ਖੂਨ ਪੀ ਰਹੀ ਸੀ। ਲਾਟ ਸਾਹਿਬ ਆਪਣੀ ਥੋੜੀ ਜਿਹੀ ਫੌਜ ਨਾਲ ਆਪਣੀ ਜਾਨ ਦੀ ਉਮੀਦ ਛੱਡ ਕੇ ਉਸ ਤੋਪ ਤੇ ਜਾ ਚੜਿਆ, ਕਿੱਲਾਂ ਨਾਲ ਤੋਪ ਦਾ ਮੂੰਹ ਬੰਦ ਕਰਤਾ, ਫਿਰ ਆਪਣੀ ਫੌਜ ਨੂੰ ਮੌਤ ਦੇ ਮੂੰਹ ਤੋਂ ਬਚਾਇਆ। ਇਉਂ ਕਹੀ ਗੱਲ ਕਿ ਜਿਸ ਕੌਮ ਦੇ ਵਿੱਚ ਇੰਨੀ ਕੌਮੀ ਹਮਦਰਦੀ ਤੇ ਹਿੰਮਤ ਹੋਵੇ, ਗਿਆਨੀ ਜੀ ਕਹਿੰਦੇ ਉਸ ਕੌਮ ਦੀ ਵਡਿਆਈ ਤੇ ਹਕੂਮਤ ਰੱਖਣ ਦੀ ਇੱਛਾ ਆਪ ਵਾਹਿਗੁਰੂ ਰੱਖਦਾ ਹੈ। ਹੁਣ ਉਹਨਾਂ ਦਗੇਬਾਜ਼ ਅਫਸਰਾਂ ਨੇ ਜਿਨ੍ਹਾਂ ਪਹਿਲਾਂ ਸਤਲੁਜ ਤੋਂ ਪਾਰ ਕਰਨ ਦੇ ਵਿੱਚ ਦੇਰੀ ਲਾ ਕੇ ਅੰਗਰੇਜ਼ਾਂ ਨੂੰ ਸਮਾਨ ਇਕੱਠਾ ਕਰਨ ਦਾ ਮੌਕਾ ਦਿੱਤਾ, ਦੂਜਾ ਫਿਰੋਜ਼ਪੁਰ ਫਤਿਹ ਹੋਣ ਲੱਗਿਆ ਤਾਂ ਸਿੱਖ ਫੌਜ ਨੂੰ ਭਜਾ ਕੇ ਲਿਆਏ, ਤੀਜਾ ਮੁੱਦਕੀ ਦੇ ਮੈਦਾਨ ਵਿੱਚ ਹਾਰ ਦਵਾਤੀ। ਹੁਣ ਇਸ ਬਹਾਦਰ ਖਾਲਸਾ ਫੌਜ ਨੂੰ ਦਲਾਸਾ ਤੇ ਹੌਸਲਾ ਦੇ ਕੇ ਭੱਜਣ ਨੂੰ ਤਿਆਰ ਤੇ ਅੰਗਰੇਜ਼ ਫੌਜ ਤੇ ਹਮਲਾ ਕਰਾਉਣਾ ਸੀ। ਤੇਜ ਸਿੰਘ ਦੀ 10,000 ਫੌਜ ਜਿਹੜੀ ਸਾਰੀ ਰਾਤ ਲੜਦੀ ਰਹੀ, ਫੌਜ ਦੀ ਥਾਂ ਸੰਭਾਲਣੀ ਸੀ, ਮੈਦਾਨ ਵਿੱਚ ਉਤਰਨਾ ਸੀ, ਪਰ ਇਹ ਕੁਝ ਨਾ ਹੋਇਆ। ਸਗੋਂ ਜਿਸ ਵੇਲੇ ਇਸ ਫੌਜ ਨੇ ਤਿਆਰੀ ਕਰਦੇ ਇੰਨੀ ਦੇਰ ਲਾਤੀ, ਤਦ ਤੱਕ ਲਾਲ ਸਿੰਘ ਨੇ ਆਪਣੀ ਮਤਹਿਤ ਜਿਹੜੀ ਉਹਦੇ ਅਧੀਨ ਫੌਜ ਸੀ ਉਹਨੂੰ ਤਿੱਤਰ ਬਿੱਤਰ ਨਾ ਕਰ ਦਿੱਤਾ। ਉਹਨਾਂ ਸਮਾਂ ਇਹ ਆਪਣੇ ਕੈਂਪ ਚੋਂ ਬਾਹਰ ਨਹੀਂ ਨਿਕਲਿਆ। ਆਖਰ ਨੂੰ ਜਦੋਂ ਸਿੱਖ ਫੌਜ ਨੇ ਆਪਣੇ ਭਰਾਵਾਂ ਨੂੰ ਜਿਹੜੇ 6 ਪਹਿਰ ਤੋਂ ਲੜ ਰਹੇ ਸੀ ਬੁਰੀ ਹਾਲਤ 'ਚ ਵੇਖਿਆ, ਤਦ ਆਪ ਹੀ ਉਸ ਪਾਸੇ ਨੂੰ ਤੁਰ ਪਏ, ਜੀ ਤੋਂ ਫਿਰ ਤੇਜਾ ਸਿੰਘ ਵੀ ਮਜਬੂਰ ਹੋ ਕੇ ਨਾਲ ਤੁਰ ਪਿਆ। ਤਦ ਵੀ ਜਦ ਤੱਕ ਅੰਗਰੇਜ਼ੀ ਫੌਜ ਨੇ ਨਵੇਂ ਸਿਰੇ ਲੜਾਈ ਦੀ ਤਿਆਰੀ ਪੂਰੀ ਨਾ ਕਰ ਸਕੀ, ਇਹਨੇ ਮੈਦਾਨ ਵਿੱਚ ਜਾ ਕੇ ਵੀ ਆਪਣੀ ਫੌਜ ਨੂੰ ਉਨਾ ਸਮਾਂ ਲੜਾਇਆ ਨਹੀਂ। ਜੇ ਕਿਤੇ ਹੱਲਾ ਕਰਾ ਦਿੰਦਾ ਉਦੋਂ ਵੀ ਜਿੱਤ ਹੋ ਜਾਂਦੀ, ਪਰ ਇਹਨੇ ਰੋਕੀ ਰੱਖਿਆ ਤੇ ਅੰਗਰੇਜ਼ਾਂ ਨੇ ਉਦੋਂ ਨੂੰ ਪੂਰੀ ਤਿਆਰੀ ਕਰ ਲਈ। ਅੰਤ ਨੂੰ ਜਦ ਉਹਦੇ ਹੇਠ ਅਫਸਰਾਂ ਤੇ ਸਿਪਾਹੀਆਂ ਨੇ ਹਾਰ ਹੁੰਦੀ ਵੇਖੀ, ਤਦ ਤੇਜਾ ਸਿੰਘ ਦੇ ਹੁਕਮ ਦੀ ਵੀ ਕੋਈ ਪਰਵਾਹ ਨਹੀਂ ਕੀਤੀ, ਫਿਰ ਆਪਣੇ ਆਪ ਹੀ ਬਹੁਤ ਜਵਾਂ ਮਰਦੀ ਨਾਲ ਲੜਨਾ ਸ਼ੁਰੂ ਕਰਤਾ। ਇਸ ਬਹਾਦਰੀ ਨਾਲ ਲੜੇ ਭਾਵੇਂ ਤੇਜ ਸਿੰਘ ਨੇ ਅੰਗਰੇਜ਼ੀ ਫੌਜ ਨੂੰ ਜਿੱਤ ਦੇ ਪੂਰੇ ਮੌਕੇ ਦਿੱਤੇ, ਪਰ ਫਿਰ ਵੀ ਤੇਜਾ ਸਿੰਘ ਦੀ ਫੌਜ ਜਿਹੜੀ ਹੈ ਉਹ ਹੁਣ ਨਾਲ ਹੋਈ ਤਾਂ ਅੰਗਰੇਜ਼ਾਂ ਦੇ ਛੱਕੇ ਛੁਡਾਤੇ। ਹੁਣ ਇਹਨਾਂ ਨਿਮਕ ਹਲਾਲ ਤੇ ਸੂਰਮੇ ਸਿਪਾਹੀਆਂ ਦੀ ਇਸ ਜਾਨ ਹੁਣ ਵੀ ਲੜਾਈ ਤੋਂ ਅੰਗਰੇਜ਼ ਸਵਾਰਾਂ ਨੂੰ ਫੌਜ ਨੂੰ ਮੈਦਾਨ ਛੱਡਣਾ ਪਿਆ। ਫਿਰ ਉਹਨਾਂ ਦੇ ਪਿੱਛੇ ਸਾਰੇ ਲੜਾਕੇ ਅੰਗਰੇਜ਼ ਅਫਸਰਾਂ ਨੇ ਵੀ ਕਦਮ ਚੁੱਕਿਆ ਤੇ ਫਿਰੋਜ਼ਪੁਰ ਸ਼ਹਿਰ ਫੇਰੂ ਕੇ ਤੇ ਫਿਰ ਇੱਧਰ ਪਿੰਡ ਬੱਧਨੀ, ਇਹਨਾਂ ਦੇ ਵਿਚਕਾਰ ਸਾਰੇ ਅੰਗਰੇਜ਼ੀ ਫੌਜ ਫੈਲ ਗਈ। ਇਸ ਮੌਕੇ ਤੇ ਵੀ ਜਦੋਂ ਅੰਗਰੇਜ਼ੀ ਫੌਜ ਦਾ ਗੋਲਾ ਬਰੂਦ ਸਾਰਾ ਖਤਮ ਹੋ ਚੁੱਕਿਆ ਸੀ, ਕੁਝ ਕੁ ਫੌਜ ਉਹਨਾਂ ਦੀ ਜਿਹੜੀ ਆ ਉਹ ਪਿੱਛੇ ਨੂੰ ਮੁੜ ਚੁੱਕੀ ਸੀ। ਉਸ ਵੇਲੇ ਉਚਿਤ ਸੀ ਕਿ ਅੰਗਰੇਜ਼ੀ ਫੌਜ ਦੇ ਪਿੱਛੇ ਤੇਜਾ ਸਿੰਘ ਲਾਲ ਸਿੰਘ ਆਪਣੀ ਫੌਜ ਨੂੰ ਵਧਾਉਂਦੇ, ਹੌਸਲਾ ਦਿੰਦੇ, ਪਰ ਤੇਜਾ ਸਿੰਘ ਦੀ ਦਿਲੀ ਮਨਸ਼ਾ ਇਹ ਸੀ ਕਿ ਸਿੱਖਾਂ ਨੂੰ ਸ਼ਰਮਿੰਦਾ ਕਰਨਾ, ਖੁਆਰ ਕਰਨਾ, ਹਰਾਉਣਾ ਹੈ। ਇਸ ਕਰਕੇ ਇਹਨੇ ਜਾਣ ਬੁੱਝ ਕੇ ਸਿੱਖ ਫੌਜ ਨੂੰ ਅੰਗਰੇਜ਼ਾਂ ਦੇ ਉੱਤੇ ਉਸ ਸਮੇਂ ਹਮਲਾ ਕਰਨ ਤੋਂ ਰੋਕਤਾ।
ਤੇ ਉਹਨੇ ਆਪਣੀ ਮੈਦਾਨ ਵਿੱਚ ਲੜ ਰਹੀ ਫੌਜ ਨੂੰ ਭੱਜਦੀ ਹੋਈ ਅੰਗਰੇਜ਼ੀ ਫੌਜ ਦੇ ਪਿੱਛੇ ਜਾਣੋਂ ਰੋਕਿਆ ਹੀ ਨਹੀਂ, ਬਲਕਿ ਆਪ ਜਿਸ ਵੇਲੇ ਹਾਥੀ ਤੇ ਬੈਠਾ ਲੜਾਈ ਦਾ ਰੰਗ ਢੰਗ ਵੇਖ ਰਿਹਾ ਸੀ ਤੇਜਾ ਸਿੰਘ, ਪਤਾ ਨਹੀਂ ਉਹਨੂੰ ਲਾਹੌਰ ਦਰਬਾਰ ਦੀ ਜਿੱਤ ਹੋਣ ਨਾਲ ਇੰਨੀ ਦੁਸ਼ਮਣੀ ਕਿਉਂ ਸੀ ਕਿ ਅੰਗਰੇਜ਼ਾਂ ਨੂੰ ਮੈਦਾਨ ਛੱਡ ਜਾਂਦਾ ਦੇਖ ਕੇ ਵੀ ਆਪਣੀ ਹਰਾਵਲ ਫੌਜ ਸਮੇਤ ਪਿੱਛੇ ਨੂੰ ਭੱਜ ਪਿਆ, ਜਿਹਨੂੰ ਵੇਖ ਕੇ ਹੁਣ ਦੂਜੀ ਸਿੱਖ ਫੌਜ ਵੀ ਕਦਮ ਕਦਮ ਤੇ ਪਿੱਛੇ ਹਟਣ ਲੱਗ ਪਈ। ਗਿਆਨੀ ਜੀ ਲਿਖਦੇ ਆ ਵੀ ਕਾਸ਼ ਉਸ ਵੇਲੇ ਤੇਜ ਸਿੰਘ ਪਿੱਛੇ ਨਾ ਹਟਦਾ। ਜਿਸ ਜੋਸ਼ ਖਰੋਸ਼ ਨਾਲ ਉਹਦੀ ਫੌਜ ਦੇ ਕਦਮ ਅੱਗੇ ਵੱਧ ਰਹੇ ਸੀ ਤੇ ਅੰਗਰੇਜ਼ੀ ਫੌਜ ਭੱਜ ਰਹੀ ਸੀ, ਉਹਨਾਂ ਦਾ ਗੋਲਾ ਬਰੂਦ ਵੀ ਮੁੱਕ ਚੁੱਕਿਆ। ਇਸ ਲਈ ਜੇ ਦਬਾਈ ਚੱਲਿਆ ਜਾਂਦਾ ਨਾ ਤਦ ਅੰਗਰੇਜ਼ੀ ਫੌਜ ਦਾ ਕਿਤੇ ਟਿਕਾਣਾ ਨਾ ਮਿਲਦਾ, ਸਿੱਖ ਫੌਜ ਜ਼ਰੂਰ ਕਾਮਯਾਬ ਹੋ ਜਾਂਦੀ। ਕਿਉਂਕਿ ਐਸੀਆਂ ਗੱਲਾਂ ਬੜੀਆਂ ਲਿਖਤਾਂ ਵਿੱਚ ਆਉਂਦੀਆਂ ਨੇ। ਹੁਣ ਅੰਗਰੇਜ਼ੀ ਫੌਜ ਦੇ ਇੱਕ ਅਫਸਰ ਨੇ ਲਿਖਿਆ ਕਿ ਅੰਗਰੇਜ਼ੀ ਫੌਜ ਨੂੰ ਲੜਾਈ ਤੋਂ ਇੰਨਾ ਬੇਦਲ ਤੇ ਡਰਿਆ ਹੋਇਆ ਇਸ ਤੋਂ ਪਹਿਲਾਂ ਮੈਂ ਅੱਜ ਤੱਕ ਕਦੇ ਵੇਖਿਆ ਨਹੀਂ। ਇੱਕ ਗੋਲਾ ਅੰਦਾਜ਼ ਨੇ ਉਹ ਲਿਖਦਾ ਹੈ ਵੀ ਮੇਰੇ ਦੇਖਦੇ ਦੇਖਦੇ 3 ਵਾਰ ਬੱਤੀ ਲਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਹੱਥ ਕੰਬ ਰਹੇ ਸੀ, 3 ਵਾਰ ਬੱਤੀ ਡਿੱਗ ਪਈ, ਪਰ ਭੱਜਣ ਦੀ ਹਿੰਮਤ ਵੀ ਨਾ ਰਹੀ, ਉੱਥੇ ਡਿੱਗ ਪਿਆ। ਰਸਦ ਫੱਟੜਾਂ ਤੇ ਮੁਰਦਿਆਂ ਨਾਲ ਭਰਿਆ ਹੋਇਆ ਲੜਾਈ ਦਾ ਮੈਦਾਨ ਬੜੀ ਡਰਾਉਣੀ ਸ਼ਕਲ ਬਣ ਰਿਹਾ ਸੀ। ਦੁਪਹਿਰ ਦੇ ਵੇਲੇ ਦੋਹਾਂ ਪਾਸਿਆਂ ਦੀਆਂ ਫੌਜਾਂ ਲੜਾਈ ਦੇ ਮੈਦਾਨ ਵਿੱਚ ਤੋਪਖਾਨਾ ਤੇ ਸ਼ਾਹੀ ਸਮਾਨ ਛੱਡ ਕੇ ਉਧਰ ਤਾਂ ਸਿੱਖ ਫੌਜ ਪਿੱਛੇ 5-6 ਕੋਹ ਤੱਕ ਚਲੀ ਗਈ, ਦੂਜੇ ਪਾਸੇ ਅੰਗਰੇਜ਼ ਜਿਹੜੇ ਆ ਇਹ ਬੱਧਣੀ ਪਿੰਡ ਤੱਕ ਆ ਗਏ। ਸਿੱਖਾਂ ਦੇ ਵੱਡੇ ਅਫਸਰ ਉਹਨਾਂ ਨੇ ਬੜੇ ਹੀ ਨਿਮਕ ਹਰਾਮ ਤੇ ਬੇਈਮਾਨ ਤੇਜਾ ਤੇ ਲਾਲੂ ਇਹ ਜਾਣ ਕੇ ਮੈਦਾਨੇ ਜੰਗ ਨੂੰ ਭੁਲਾਤਾ। ਕੋਈ ਗੱਲ ਪਤਾ ਕਰਨ ਵਾਸਤੇ ਕਿਸੇ ਆਦਮੀ ਨੂੰ ਨਾ ਭੇਜਿਆ। ਦੂਜੇ ਪਾਸੇ ਸਰਕਾਰ ਅੰਗਰੇਜ਼ੀ ਦੇ ਨਿਮਕ ਹਲਾਲ ਤੇ ਬਹਾਦਰ ਕਦੋਂ ਮੌਕਾ ਹੱਥੋਂ ਜਾਣ ਦਿੰਦੇ ਆ, ਝੱਟ ਉਹਨਾਂ ਦੇ ਆਦਮੀ ਮੈਦਾਨ ਖਾਲੀ ਪਿਆ ਵੇਖ ਜਾਂਦੇ। ਪਹਾੜਾ ਸਿੰਘ ਇਹ ਫਰੀਦਕੋਟ ਰਿਆਸਤ ਦੇ ਬਾਨੀਆਂ ਵਿੱਚੋਂ ਸੀ, ਉਹ ਉਹਨਾਂ ਨੂੰ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਹਰ ਤਰ੍ਹਾਂ ਦੀ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਤਿਆਰ ਰਹਿੰਦਾ ਸੀ। ਇੱਧਰ ਹੁਣ ਬੱਧਣੀ ਦੇ ਮੁਕਾਮ ਤੇ ਉਹ ਅੰਗਰੇਜ਼ਾਂ ਨੂੰ ਆ ਕੇ ਮਿਲਿਆ, ਕਹਿਣ ਲੱਗਾ ਤੁਸੀਂ ਮੈਦਾਨ ਕਿਉਂ ਛੱਡਿਆ, ਸਿੱਖ ਫੌਜ ਤਾਂ ਭੱਜ ਗਈ ਹੈ। ਜਿਹਨੂੰ ਸੁਣ ਕੇ ਅੰਗਰੇਜ਼ੀ ਫੌਜ ਨੇ ਫੇਰ ਮੈਦਾਨੇ ਜੰਗ ਵਿੱਚ ਆ ਕੇ ਸਾਰੇ ਤੋਪਖਾਨੇ ਤੇ ਸ਼ਾਹੀ ਸਮਾਨ ਸੰਭਾਲ ਕੇ ਫਤਿਹ ਦੀ ਛਲਕ ਕਰ ਲਈ। ਇਸ ਲੜਾਈ ਦੇ ਵਿੱਚ ਇੱਕ ਲਿਖਾਰੀ ਹੋਇਆ ਸ਼ਾਹ ਮੁਹੰਮਦ, ਤੁਸੀਂ ਸੁਣਿਆ ਹੋ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ। ਉਹ ਸ਼ਾਹ ਮੁਹੰਮਦ ਮੌਜੂਦ ਸੀ। 300 ਅੰਗਰੇਜ਼ ਅਫਸਰਾਂ ਦੇ ਮਰਨ ਦਾ ਜ਼ਿਕਰ ਉਹਨੇ ਕੀਤਾ, ਪਰ ਮੇਜਰ ਬਰਾਡਫੋਰਡ ਸਾਹਿਬ ਪੋਲੀਟੀਕਲ ਅਫਸਰ ਤੇ DR ਸੇਮਰਟਾਪ ਕੋਈ ਇਹੋ ਜਿਹਾ 9 ਬ੍ਰਿਗੇਡੀਅਰ ਵਾਲ ਸਾਹਿਬ, ਵੱਡੇ ਵੱਡੇ ਅਫਸਰ ਵੀ ਕਈ ਮਾਰੇ ਗਏ। ਤੇ ਇਸ ਤਰ੍ਹਾਂ ਇਸ ਵਿੱਚ ਫਿਰ 37 ਤਾਂ ਵਲੈਤੀ ਅਫਸਰ ਮਰੇ ਤੇ 78 ਵੱਡੇ ਅਫਸਰ ਫੱਟੜ ਹੋਏ। 17 ਹਿੰਦੁਸਤਾਨੀ ਅਫਸਰ ਅੰਗਰੇਜ਼ਾਂ ਦੇ ਮਰੇ ਤੇ 18 ਫੱਟੜ ਹੋਏ। 630 ਵਲੈਤੀ ਜਿਹੜੇ ਹੈ ਤੇ ਹਿੰਦੀ ਇਹ ਸਿਪਾਹੀ ਮਰੇ, 1610 ਫੱਟੜ ਹੋਏ ਜਿਹੜੀਆਂ ਲਿਖਤਾਂ ਵਿੱਚ ਹੈ। ਤੋ ਇਸ ਤਰ੍ਹਾਂ 694 ਮਰੇ, 1711 ਫੱਟੜ ਹੋਏ। ਘਨਿੰਗਮ ਇਹ ਫੌਜਾਂ ਦਾ ਜਨਰਲ ਸੀ। ਇਹਨੇ ਆਪਣੀ ਹਿਸਟਰੀ ਵਿੱਚ ਲਿਖਿਆ ਕਿ ਇਸ ਲੜਾਈ ਵਿੱਚ ਅੰਗਰੇਜ਼ੀ ਫੌਜ ਦਾ 7ਵਾਂ ਹਿੱਸਾ ਮਾਰਿਆ ਗਿਆ। ਇਹ ਤੋਂ ਪਹਿਲਾਂ ਲੱਗਦਾ ਹੈ ਕਿ ਫੌਜ ਦਾ ਦਿਲ ਟੁੱਟ ਜਾਣ ਤੇ ਡਰਦਿਆਂ ਫੌਜ ਦਾ ਨੁਕਸਾਨ ਇਹਨਾਂ ਨੇ ਘੱਟ ਦੱਸਿਆ। ਤੇ ਇੱਧਰ ਲਾਲ ਸਿੰਘ ਉਹ ਤਾਂ ਐਸਾ ਭੱਜਿਆ ਕਿ ਸਤਲੁਜ ਤੋਂ ਪਾਰ ਚਲਿਆ ਗਿਆ। ਉਹਦੇ ਬਹੁਤ ਸਾਰੇ ਸਾਥੀ ਦਰਿਆ 'ਚ ਡੁੱਬ ਗਏ। ਲਾਲ ਸਿੰਘ ਪਹਿਲਾਂ ਭੱਜਿਆ ਸੀ, ਅੰਮ੍ਰਿਤਸਰ ਪਹੁੰਚ ਕੇ ਕਈ ਦਿਨ ਲੁਕਿਆ ਰਿਹਾ ਅੰਦਰ। ਤੇਜਾ ਸਿੰਘ ਵੀ ਸਤਲੁਜ ਦੇ ਕੰਢੇ ਸਭਰਾਓ ਪਿੰਡ ਦੇ ਵਿੱਚ ਜਾ ਕੇ ਠਹਿਰਿਆ। ਮੈਦਾਨ ਜੰਗ ਵਿੱਚ ਫੱਟੜ ਹੋਏ ਸਿੱਖ ਜਿਹੜੇ ਉੱਠਣ ਯੋਗ ਨਹੀਂ ਸਨ ਉੱਥੇ ਹੀ ਪਏ ਰਹਿ ਗਏ। ਇਹ ਸਾਰੇ ਗੋਰਿਆਂ ਨੇ ਕਤਲ ਕਰਤੇ, ਉਹਨਾਂ ਦਾ ਸਮਾਨ ਲੁਟੇਰਿਆਂ ਲੁੱਟ ਲਿਆ। ਕਿਉਂਕਿ ਸਿੱਖ ਫੌਜ ਦੀ ਤਾਂ ਹੁਣ ਮਾਲਕ ਹੀ ਕੋਈ ਨਹੀਂ ਸੀ ਜੋ ਫੱਟੜ ਸਿੱਖਾਂ ਨੂੰ ਚੁੱਕ ਕੇ ਉਹਨਾਂ ਦੇ ਇਲਾਜ ਕਰਾਉਂਦੇ ਜਾਂ ਮਰਨ ਵਾਲੇ ਤੇ ਫੱਟੜਾਂ ਦੀ ਕੋਈ ਗਿਣਤੀ ਕਰਦਾ।
ਇਹਦੇ ਵਿੱਚ ਸ਼ੱਕ ਨਹੀਂ ਕਿ ਇਸ ਤੋਂ ਪਹਿਲਾਂ ਜਦੋਂ ਤੋਂ ਅੰਗਰੇਜ਼ਾਂ ਨੇ ਹਿੰਦੁਸਤਾਨ 'ਚ ਕਦਮ ਰੱਖਿਆ, ਉਹਨਾਂ ਨੂੰ ਕਦੇ ਕਿਸੇ ਜਗ੍ਹਾ ਐਸੀ ਭਿਆਨਕ ਲੜਾਈ ਨਹੀਂ ਸੀ ਵੇਖਣੀ ਪਈ, ਤੇ ਨਾ ਹੀ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹਾਦਰ ਕੌਮ ਜਿਹੇ ਸੂਰਮੇ ਕਿਤੇ ਵੇਖੇ। ਸਿੱਖਾਂ ਦੀਆਂ ਭਾਰੀ ਤੋਪਾਂ, ਸਿੱਖਾਂ ਦੀ ਨਿਸ਼ਾਨੇਬਾਜ਼ੀ ਅੰਗਰੇਜ਼ਾਂ ਨੂੰ ਚੱਕਰਤ ਕਰਤਾ। ਸਿੱਖਾਂ ਦਾ ਕੋਈ ਨਿਸ਼ਾਨਾ ਖਾਲੀ ਨਹੀਂ ਸੀ ਜਾਂਦਾ, ਤੇ ਸਿੱਖਾਂ ਦੀਆਂ ਤੋਪਾਂ ਤੇ ਗੋਲੀਆਂ ਦਾ ਕੋਈ ਨਿਸ਼ਾਨ ਨਹੀਂ ਸੀ। ਪਰ ਅੰਗਰੇਜ਼ਾਂ ਦੀਆਂ ਤੀਜਾ ਹਿੱਸਾ ਤੋਪਾਂ ਸਿੱਖਾਂ ਨੇ ਸੜਕਾਂ ਤੇ ਨਕੰਮੀਆਂ ਕਰਤੀਆਂ। ਮੁੱਦਕੀ ਤੇ ਫੇਰੂ ਸ਼ਹਿਰ ਦੀ ਲੜਾਈ ਦੇ ਮਗਰੋਂ ਗਵਰਨਰ ਜਨਰਲ ਨੇ ਇੱਕ ਇਸ਼ਤਿਹਾਰ, ਇੱਕ ਮਜ਼ਮੂਨ ਦਾ 31 ਦਸੰਬਰ 1845 ਨੂੰ ਪ੍ਰਕਾਸ਼ਿਤ ਕੀਤਾ ਕਿ ਅੰਗਰੇਜ਼ਾਂ ਤੇ ਲਾਹੌਰ ਦਰਬਾਰ ਵਿੱਚ ਮਿੱਤਰਤਾ ਦਾ ਇਕਰਾਰਨਾਮਾ ਹੋਇਆ। ਲਾਹੌਰ ਦਰਬਾਰ ਦੀ ਫੌਜ ਨੇ ਅੰਗਰੇਜ਼ੀ ਇਲਾਕੇ ਦੇ ਚੜ੍ਹਾਈ ਕਰਤੀ ਤੇ ਸ਼ਿਕਸਤ ਖਾ ਕੇ ਸਤਲੁਜ ਤੋਂ ਸਪਾਰ ਉਤਰ ਗਏ, ਕਿਉਂਕਿ ਅੰਗਰੇਜ਼ਾਂ ਵੱਲੋਂ ਜਾਰੀ ਹੋਇਆ ਸੀ ਇਹ। ਉਹਨਾਂ ਲਿਖਿਆ ਵੀ 51 ਤੋਪਾਂ ਅੰਗਰੇਜ਼ੀ ਫਤਿਹਮੰਦ ਫੌਜ ਦੇ ਹੱਥ ਆਈਆਂ। ਸੋ ਜ਼ਰੂਰੀ ਹੈ ਕਿ ਹਿੰਦੁਸਤਾਨ ਦੇ ਸਾਰੇ ਆਦਮੀ ਜੋ ਲਾਹੌਰ ਦਰਬਾਰ ਦੇ ਨੌਕਰ ਨੇ, ਅੰਗਰੇਜ਼ਾਂ ਨੇ ਇਸ਼ਤਿਹਾਰ ਕੱਢਿਆ, ਉੱਧਰੋਂ ਨੌਕਰੀ ਛੱਡ ਕੇ ਗਵਰਨਰ ਜਨਰਲ ਹਿੰਦ ਪਾਸ ਹੁਣ ਨੌਕਰੀ ਵਾਸਤੇ ਆ ਜਾਣ ਤੇ ਆਪਣੇ ਮੁਲਕ ਦੇ ਹਾਕਮਾਂ ਨਾਲ ਮਿਲ ਜਾਣ। ਸਤਲੁਜ ਤੋਂ ਇਸ ਪਾਸੇ ਉੱਤਰ ਸੁਣ ਕੇ ਆਪਣੇ ਨਾਮ ਹਾਕਮਾਂ ਨੂੰ ਲਿਖ ਦੇਣ ਤਾਂ ਜੋ ਉਹਨਾਂ ਦੇ ਜਾਨ ਮਾਲ ਦੀ ਰੱਖਿਆ ਹੋ ਸਕੇ। ਜਿਹੜੇ ਆਦਮੀ ਸਿਪਾਹੀ ਹੋਣ ਦੇ ਯੋਗ ਹੋਣਗੇ ਉਹ ਅੰਗਰੇਜ਼ੀ ਫੌਜ ਵਿੱਚ ਭਰਤੀ ਕਰ ਲਏ ਜਾਣਗੇ। ਤਨਖਾਹ, ਸਫ਼ਰ ਖਰਚ ਜਿਹਾ ਕਿ ਅੰਗਰੇਜ਼ੀ ਸਿਪਾਹੀਆਂ ਨੂੰ ਮਿਲਦਾ ਹੈ ਉਹਨਾਂ ਨੂੰ ਵੀ ਮਿਲਦਾ ਰਹੂ। ਜਿਹੜਾ ਆਦਮੀ ਇਸ ਹੁਕਮ ਨੂੰ ਨਹੀਂ ਮੰਨੇਗਾ ਉਹ ਆਪਣੇ ਮੁਲਕ ਦਾ ਦੁਸ਼ਮਣ ਤੇ ਸਰਕਾਰ ਦਾ ਮਾੜਾ ਚਿਤਵਣ ਵਾਲਾ ਸਮਝਿਆ ਜਾਊਗਾ। ਤੇ ਜਦੋਂ ਫਿਰ ਇਹ ਲੜਾਈ ਦੀ ਖਬਰ ਮਹਾਰਾਣੀ ਜਿੰਦ ਕੌਰ ਨੇ ਸੁਣੀ ਹੈ ਤਾਂ ਇਸ ਖਿਆਲ ਤੋਂ ਕਿ ਸ਼ਾਇਦ ਖਾਲਸਾ ਫੌਜ ਸਾਡੀ ਚਾਲ ਤੋਂ ਜਾਣੂ ਹੋ ਕੇ ਲਾਹੌਰ ਆ ਵੜੇ, ਕਿਤੇ ਹੋਰ ਨਾ ਹੋਵੇ ਮੈਨੂੰ ਤੇ ਮੇਰੇ ਲੜਕੇ ਨੂੰ ਮਾਰ ਦੇਣ, ਸਾਰੇ ਦਰਵਾਜ਼ਿਆਂ ਤੇ ਪਹਿਰੇ ਲਾ ਤੇ ਹੁਕਮ ਦੇਤਾ ਕਿਸੇ ਸਿੱਖ ਨੂੰ ਜੋ ਲੜਾਈ ਵਿੱਚੋਂ ਆਇਆ ਹੋਵੇ ਸ਼ਹਿਰ 'ਚ ਨਾ ਵੜਨ ਦਿੱਤਾ ਜਾਏ। ਦੂਜੇ ਦਿਨ ਇਸ਼ਤਿਹਾਰ ਵੰਡਿਆ ਗਿਆ ਕਿ ਜੋ ਸਿੱਖ ਲੜਾਈ ਵਿੱਚੋਂ ਭੱਜ ਕੇ ਲਾਹੌਰ ਆਵੇਗਾ ਉਹਨੂੰ ਕੈਦ ਕਰ ਲਾਂਗੇ, ਉਹਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਅਸਲ ਵਿੱਚ ਇਹ ਮਹਾਰਾਣੀ ਜਿੰਦਾ ਨੇ ਨਹੀਂ ਸੀ ਲਿਖਿਆ, ਇਹ ਵੀ ਤੇਜਾ ਸਿੰਘ ਤੇ ਲਾਲ ਸਿੰਘ ਦੀ ਚਾਲ ਸੀ ਕਿ ਮਹਾਰਾਣੀ ਜਿੰਦ ਕੌਰ ਭਲਾ ਕਦੋਂ ਸਿੱਖਾਂ ਦਾ ਬੁਰਾ ਚਾਹ ਸਕਦੀ ਹੈ। ਇਹ ਤਾਂ ਲਾਲ ਸਿੰਘ, ਤੇਜਾ ਸਿੰਘ ਦੀਆਂ ਚਾਲਾਂ ਇਹੋ ਜਿਹੇ ਇਸ਼ਤਿਹਾਰ ਛਾਪ ਕੇ ਉਹ ਮਹਾਰਾਣੀ ਵੱਲੋਂ ਲਿਖ ਦਿੰਦੇ ਸੀ ਕਿ ਇਹ ਗੱਲ ਮਹਾਰਾਣੀ ਜਿੰਦ ਕੌਰ ਨੇ ਕਹੀ ਹੈ। ਤੇ ਇੱਥੋਂ ਤੱਕ ਵੀ ਇਹਨਾਂ ਨੇ ਗੱਲ ਕਹੀ ਕਿ ਮਹਾਰਾਣੀ ਜਿੰਦਾ ਨੇ ਤਾਂ ਤੇਜਾ ਸਿੰਘ ਨੂੰ ਇਹ ਵੀ ਕਹਿ ਭੇਜਿਆ ਤੁਸੀਂ ਦ੍ਰਿੜ ਰਹੋ, ਆਪਣੀ ਹਿਫਾਜ਼ਤ ਕਰੋ, ਫੌਜ ਖਾਲਸੇ ਨੂੰ ਲਾਹੌਰ ਨਾ ਆਉਣ ਦੇਵੋ ਤੇ ਲੜਾਈ ਕਰਨ ਦੀ ਪ੍ਰੇਰਨਾ ਕਰੋ। ਇਹ ਗੱਲ ਸੁਣ ਕੇ ਬਹੁਤ ਸਾਰੇ ਆਦਮੀ ਜੋ ਲਾਹੌਰ ਵਿੱਚ ਗਏ ਸੀ ਭੱਜ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ। ਤੇ ਐਸਾ ਕੁਝ ਹੋਇਆ, ਇੱਧਰ ਖਾਲਸਾ ਫੌਜ ਵਿੱਚ ਚਰਚਾ ਚੱਲ ਰਹੀ ਸੀ ਹੁਣ ਤੱਕ ਜੇ ਹਾਰ ਹੋਈ ਹੈ। ਇਹ ਧੋਖੇਬਾਜ਼ ਫਰੇਬੀ ਨਿਮਕ ਹਰਾਨ ਅਫਸਰਾਂ ਦੀ ਬੇਈਮਾਨੀ ਦਾ ਸਿੱਟਾ ਹੈ। ਤੇ ਰਾਣੀ ਜਿੰਦਾ ਆਪਣੇ ਭਰਾ ਹੀਰਾ ਸਿੰਘ ਦਾ ਬਦਲਾ ਲੈਣ ਲਈ ਇਹ ਸਾਰੀਆਂ ਚਾਲਾਂ ਚੱਲਦੀ ਹੈ, ਕਿਉਂਕਿ ਨਫ਼ਰਤ ਭਰਤੀ ਖਾਲਸਾ ਫੌਜਾਂ ਵਿੱਚ ਮਹਾਰਾਣੀ ਜਿੰਦਾ ਪ੍ਰਤੀ ਲਾਲ ਸਿੰਘ, ਤੇਜਾ ਸਿਉਣਾ ਨੇ। ਤਾਂ ਹੁਣ ਜੇ ਲੜਾਈ ਹੋਊਗੀ ਉਹਦੇ ਵਿੱਚ ਅਸੀਂ ਅਫਸਰਾਂ ਦਾ ਹੁਕਮ ਨਹੀਂ ਮੰਨਾਂਗੇ, ਅਸੀਂ ਆਪਣੇ ਆਪ ਮੁਲਕ ਤੇ ਕੌਮ ਦੇ ਵਾਸਤੇ ਲੜ ਕੇ ਮਰਾਂਗੇ, ਪਰ ਪੈਰ ਨਹੀਂ ਪਿੱਛੇ ਹਟਾਵਾਂਗੇ। ਖਾਲਸਾ ਫੌਜ ਦੇ ਦਿਲ ਵਿੱਚ ਮੁਲਕ ਤੇ ਕੌਮ ਦਾ ਬਹੁਤ ਪਿਆਰ ਸੀ। ਖਾਲਸਾ ਫੌਜ ਨਹੀਂ ਚਾਹੁੰਦੀ ਸੀ ਕਿ ਕੋਈ ਵਿਦੇਸ਼ੀ ਆ ਕੇ ਸਾਡੇ ਤੇ ਹੁਕਮਰਾਨ ਬਣੇ, ਹਕੂਮਤ ਕਰੇ। ਤਾਂ ਹੁਣ ਐਸਾ ਕਿ ਫਿਰ ਅੱਗੇ ਕਿਵੇਂ ਲੜਾਈਆਂ ਹੋਈਆਂ, ਕੀ ਹਾਲਾਤ ਸਿੱਖ ਰਾਜ ਦੇ ਬਣੇ, ਕੱਲ ਆਪਾਂ ਪੜ੍ਹਾਂ ਸੁਣਾਂਗੇ। ਭੁੱਲ ਚੁੱਕ ਦੀ ਖਿਮਾ, ਸਰਬੱਤ ਮਾਈ ਭਾਈ, ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।